वेलकम टू KBC कौन बनेगा कौंसलर म्यूनसिपल कॉरपोरेशन इलैक्शनस ਹੁਸ਼ਿਆਰਪੁਰ। ਅੱਜ ਮੈਂ ਗਰਾਊਂਡ ਜ਼ੀਰੋ ਤੋਂ ਆਕਾਸ਼ ਕਲੋਨੀ ਦੇ ਵਿੱਚ ਹਾਂ, ਜਿਹਦੇ ਵਿੱਚ ਪਹਿਲਾਂ ਅਸੀਂ ਸਭ ਤੋਂ ਨਮਸਕਾਰ ਔਰ ਸਤਿ ਸ਼੍ਰੀ ਅਕਾਲ ਕਰਦੇ ਹਾਂ। ਅਸੀਂ ਗੁਰੂ ਜੀ ਦੇ ਦਰਬਾਰ ਦੇ ਵਿੱਚ ਖੜੇ ਹਾਂ, ਗੁਰਦੁਆਰਾ ਸ਼੍ਰੀ ਗੁਰੂ ਅਮਰ ਦਰਬਾਰ ਜੀ। ਸਾਡੇ ਵਿੱਚ ਨੇ ਸ਼੍ਰੀ ਬਲਵਿੰਦਰ ਜੀ। ਵੈਲਕਮ ਟੂ KBC ਬਲਵਿੰਦਰ ਜੀ, ਬਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ KBC ਦੇ ਦਰਸ਼ਕਾਂ ਦੇ ਪ੍ਰਤੀ ਦੁਆਰਾ ਔਰ KBC ਦੀ ਟੀਮ ਵੱਲੋਂ। ਇਹ ਹੈਗੇ ਨੇ ਬਲਵਿੰਦਰ ਸਿੰਘ ਬਿੰਦਰ ਜੀ, ਜਿਹੜੇ ਕਿ ਬਹੁਤ ਵਧੀਆ ਨਾਗਰਿਕ ਨੇ, ਇਸ ਆਕਾਸ਼ ਕਲੋਨੀ ਤੋਂ ਹੀ ਬਿਲੋਂਗ ਕਰਦੇ ਨੇ ਅਤੇ ਬਲਾਕ ਸਮਿਤੀ ਮੈਂਬਰ ਨੇ। ਇਹ ਸਾਡੇ ਵਿੱਚ ਇਹ ਗੁਰੂ ਘਰ ਦੀ ਸੇਵਾ ਕਰਦੇ ਨੇ, ਮਨੁੱਖੀ ਸੇਵਾ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਨੇ। ਮੈਂ ਕੁਝ ਬਹੁਤ ਅਹਿਮ ਸਵਾਲ ਆਉਣ ਵਾਲੇ ਇਲੈਕਸ਼ਨਾਂ ਦੇ ਲਈ ਬਲਵਿੰਦਰ ਜੀ ਕੋ ਪੁੱਛਣਾ ਚਾਹਾਂਗਾ। ਬਲਵਿੰਦਰ ਜੀ, ਤੁਹਾਡਾ ਇੱਕ ਵਾਰੀ ਫਿਰ ਬਹੁਤ ਵੱਡਾ ਸਵਾਗਤ ਫਾਸਟ ਵੇ ਸਿਟੀ ਹਲਚਲ 'ਤੇ। ਬਲਵਿੰਦਰ ਜੀ, ਇਲੈਕਸ਼ਨਸ ਦਾ ਮਾਹੌਲ ਸ਼ੁਰੂ ਹੋ ਚੁੱਕਾ ਹੈ, ਗਹਿਮਾ ਗਹਿਮੀ ਇਲੈਕਸ਼ਨ ਦੀ ਸ਼ੁਰੂ ਹੋ ਚੁੱਕੀ ਹੈ। ਕਿਹੋ ਜਿਹਾ ਕੌਂਸਲਰ ਤੁਸੀਂ ਵਾਰਡ 'ਚ ਦੇਖਣਾ ਚਾਹੋਗੇ? ਇੱਦਾਂ ਜੀ, ਜਿਹੜਾ ਕੌਂਸਲਰ ਹੋਣਾ ਚਾਹੀਦਾ ਆ ਨਾ ਜੀ, ਉਹਨੂੰ ਪਾਰਟੀਬਾਜ਼ੀ ਨੂੰ ਛੱਡ ਕੇ ਜਦੋਂ ਜਿੱਤਣ ਤੋਂ ਬਾਅਦ ਹੁੰਦਾ ਕੀ ਹੈ, ਜਿੱਦਾਂ 5-6 ਮੈਂਬਰ ਖੜ੍ਹੇ ਆ ਆਪਣੇ ਵਾਰਡ ਦੇ ਵਿੱਚ, ਕਿਸੇ ਵੀ ਵਾਰਡ ਦੇ ਵਿੱਚ ਖੜ੍ਹੇ ਆ, ਹਰ ਇੱਕ ਇਨਸਾਨ ਦਾ ਕੋਈ ਨਾ ਕੋਈ ਸੈੱਲ ਹੁੰਦਾ, ਕੋਈ ਕਿਸੇ ਨੂੰ ਜਿੰਨੀਆਂ ਵੀ ਵੋਟਾਂ ਪਾ ਸਕਦਾ ਪਾਉਂਦਾ ਆ। ਪਰ ਜਿੱਤਣਾ ਤਾਂ ਇੱਕ ਨਹੀਂ ਹੁੰਦਾ ਨਾ, ਸਾਰੇ ਤਾਂ ਜਿੱਤ ਨਹੀਂ ਸਕਦੇ। ਜਿਹੜਾ ਇੱਕ ਜਿੱਤਦਾ ਆ, ਉਹ ਜਿੱਤਣ ਤੋਂ ਬਾਅਦ ਜਦੋਂ ਦੂਸਰਿਆਂ ਨੂੰ ਕਹਿੰਦਾ ਵੀ ਤੂੰ ਕਿਹੜਾ ਮੈਨੂੰ ਵੋਟਾਂ ਪਾਈਆਂ, ਮੈਂ ਤੇਰਾ ਕੰਮ ਨਹੀਂ ਕਰਨਾ, ਮੈਂ ਨਹੀਂ ਕਰਨਾ, ਤੂੰ ਨਾ ਤੇਰਾ ਮੈਂ ਮੋਹਰ ਲਾਉਣੀ, ਨਾ ਵਾਸਤਾ ਤੈਨੂੰ ਦੇਖੂੰਗਾ। ਜਦੋਂ ਕੌਂਸਲਰ ਬਣ ਜਾਂਦਾ ਆ, ਉਹਨੂੰ ਚਾਹੀਦਾ ਆ ਕਿ ਹੁਣ ਮੈਂ ਜਿੱਤ ਗਿਆ, ਹੁਣ ਮੇਰੇ ਵਾਸਤੇ ਸਾਰੇ ਹੀ ਬਰਾਬਰ ਆ, ਸਾਰਿਆਂ ਦਾ ਹੀ ਉਹਨੂੰ ਸਨਮਾਨ ਕਰਨਾ ਚਾਹੀਦਾ ਆ, ਸਾਰਿਆਂ ਦੇ ਜਿਹੜੇ ਕੰਮ ਆ ਉਹ ਕਰਨੇ ਚਾਹੀਦੇ ਆ। ਬਹੁਤ ਸਾਰੇ ਕੌਂਸਲਰ ਆ, ਉਹ ਦਰਵਾਜ਼ੇ ਬੰਦ ਕਰ ਲੈਂਦੇ ਆ ਕਿ ਜੀ ਨਹੀਂ ਜੀ, ਅਸੀਂ ਇਹ ਬੰਦੇ ਨੇ ਸਾਨੂੰ ਵੋਟਾਂ ਨਹੀਂ ਪਾਈਆਂ, ਅਸੀਂ ਇਹਦੇ ਮੋਹਰ ਨਹੀਂ ਲਾਉਣੀ, ਅਸੀਂ ਇਹਦੀ ਗਲੀ ਨਹੀਂ ਬਣਾਉਣੀ, ਅਸੀਂ ਇਹਦੀ ਸੜਕ ਨਹੀਂ ਬਣਾਉਣੀ। ਇਹੋ ਜਿਹਾ ਕੌਂਸਲਰ ਜਿਹੜਾ ਆ ਉਹ ਨਹੀਂ ਚਾਹੀਦਾ, ਚਾਹੇ ਕਿਸੇ ਵੀ ਪਾਰਟੀ ਨੂੰ ਬਿਲੋਂਗ ਕਰਦਾ ਹੋਵੇ। ਅਸੀਂ ਸਾਰੀਆਂ ਪਾਰਟੀਆਂ ਦਾ ਸਵਾਗਤ ਕਰਦੇ ਹਾਂ, ਕਿਸੇ ਨੂੰ ਵੀ ਮਾੜਾ ਨਹੀਂ ਕਹਿੰਦੇ। ਅਤੇ ਬਸ ਇੱਥੇ ਜੀ। ਬਲਵਿੰਦਰ ਜੀ ਨੇ ਬਹੁਤ ਵਧੀਆ ਵਿਚਾਰ ਦਿੱਤੇ ਕਿ ਕੌਂਸਲਰ ਨੂੰ ਪਾਰਟੀ ਲਾਈਨਸ ਤੋਂ ਉੱਠ ਕੇ ਜਿੱਤਣ ਤੋਂ ਬਾਅਦ ਪੂਰੇ ਵਾਰਡ ਨੂੰ ਆਪਣਾ ਘਰ ਸਮਝਣਾ ਚਾਹੀਦਾ ਹੈ ਔਰ ਹਰ ਇੱਕ ਬੰਦੇ ਦਾ ਸਵਾਗਤ ਕਰਨਾ ਚਾਹੀਦਾ ਹੈ, ਚਾਹੇ ਉਹਨੇ ਵੋਟ ਪਾਇਆ ਜਾਂ ਨਹੀਂ ਪਾਇਆ। ਬਹੁਤ ਵਧੀਆ ਇੱਕ ਇਹਦੇ ਵਿੱਚੋਂ ਸਵਾਲ ਨਿਕਲ ਕੇ ਆਉਂਦਾ ਹੈ ਬਲਵਿੰਦਰ ਜੀ, ਕਿ ਕੌਂਸਲਰ ਇਲੈਕਸ਼ਨ ਰਾਜਨੀਤੀ ਦੀ ਜਾਂ ਲੋਕਤੰਤਰ ਦੀ ਪਹਿਲੀ ਪੌੜੀ ਹੈ। ਅਗਰ ਕੌਂਸਲਰ ਇਹੋ ਜਿਹੇ ਵਿਚਾਰ ਰੱਖਦੇ ਆ ਤਾਂ ਉਹਨਾਂ ਨੂੰ ਬਹੁਤਾ ਪ੍ਰਚਾਰ ਕਰਨ ਦੀ ਲੋੜ ਨਹੀਂ। ਬਲਵਿੰਦਰ ਜੀ, ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਆਉਣ ਵਾਲੇ ਕੌਂਸਲਰਸ ਨੂੰ ਇਸ ਪਕਸ਼ ਨੂੰ ਮੱਦੇਨਜ਼ਰ ਰੱਖਦੇ ਆ? ਮੈਂ ਤਾਂ ਇਹੀ ਮੈਸੇਜ ਦਊਂਗਾ ਜੀ ਕਿ ਕੋਈ ਵੀ ਕੌਂਸਲਰ ਹੋਵੇ ਜੀ, ਜਿਹਨੇ ਵੀ ਖੜ੍ਹਨਾ ਹੋਵੇ, ਪਹਿਲਾਂ ਉਹ ਆਪਣੇ ਮਨ ਨੂੰ ਬਣਾ ਲਵੇ, ਆਪਣੇ ਮਨ ਨੂੰ ਸਾਫ਼ ਕਰ ਲਵੇ, ਮਨ 'ਚੋਂ ਬੈਰ ਵਿਰੋਧ ਕੱਢ ਲਵੇ। ਇਹ ਨਾ ਹੋਵੇ ਕਿ ਉਹ ਮੈਨੂੰ ਵੋਟ ਨਹੀਂ ਪਾਉਣ ਵਾਲਾ, ਉਹ ਮੈਨੂੰ ਫਲਾਨਾ ਨਹੀਂ। ਹਰ ਇੱਕ ਦੇ ਨਾਲ ਤੁਰੇ, ਹਰ ਇੱਕ ਦੀ ਸਹਾਇਤਾ ਕਰੇ, ਸਮਾਜ ਸੇਵੀ ਕੰਮ ਕਰੇ, ਗਰੀਬ ਵਰਗ ਦੇ ਲੋਕਾਂ ਦੀ ਮਦਦ ਕਰੇ, ਹੋਰ ਜਿੱਥੇ ਵੀ ਜਿਹੜੇ ਕੰਮ ਆ ਉਹ ਕਰੇ। ਗੌਰਮੈਂਟ ਕੌਂਸਲਰਾਂ ਨੂੰ ਤਨਖਾਹਾਂ ਦਿੰਦੀ ਆ, ਇਹ ਕੌਂਸਲਰਾਂ ਨੂੰ ਵੀ ਚਾਹੀਦਾ ਹੈ ਕੁਛ ਕੁ ਵਿੱਚੋਂ ਪੈਸੇ ਜਿੰਨੇ ਵੀ ਉਹ ਖਰਚ ਸਕਦੇ ਆ ਉਹ ਆਪਣੇ ਵਾਰਡ ਦੇ ਵਿੱਚ ਖਰਚਣ, ਕਿਉਂਕਿ ਗੌਰਮੈਂਟ ਦੇ ਰਹੀ ਆ, ਜ਼ਰੂਰ ਖਰਚਣੇ ਚਾਹੀਦੇ ਆ। ਬਲਵਿੰਦਰ ਜੀ, ਮੇਰਾ ਤੁਹਾਡੇ ਤੋਂ ਅਗਲਾ ਸਵਾਲ ਇਹ ਹੈ ਕਿ ਅੱਜ ਸਰਕਾਰਾਂ ਨੂੰ ਵਪਾਰਾਂ ਦੇ ਬਾਰੇ ਦੇ ਵਿੱਚ ਬਹੁਤ ਜ਼ਿਆਦਾ ਗਿਆਨ ਹੈ, ਬਹੁਤ ਜ਼ਿਆਦਾ ਲੋਕ ਕੀ ਵਪਾਰਿਕ ਕਾਰਵਾਈਆਂ ਕਰ ਰਹੇ ਨੇ ਉਹਨਾਂ ਦੇ ਬਾਰੇ ਉਹਨਾਂ ਨੂੰ ਪਤਾ ਹੈ। ਕਿ ਅੱਜ ਟਾਈਮ ਨਹੀਂ ਆ ਗਿਆ ਕਿ ਲੋਕਾਂ ਨੂੰ ਵੀ ਮਿਊਨਸਿਪਲ ਕਾਰਪੋਰੇਸ਼ਨ ਦੇ ਪੈਸੇ ਦਾ ਹਿਸਾਬ ਹੋਵੇ ਔਰ ਲੋਕਾਂ ਨੂੰ ਵਾਰਡ ਵਾਈਜ਼ ਪਤਾ ਹੋਵੇ ਕਿ ਇਸ ਵਾਰਡ 'ਚ ਕਿੰਨਾ ਪੈਸਾ ਆਇਆ ਹੈ ਔਰ ਕਿਸ ਕੰਮ ਲਈ ਲੱਗਣਾ ਹੈ? ਬਲਵਿੰਦਰ ਜੀ, ਕੀ ਵਿਚਾਰ ਰੱਖਦੇ ਹੋ ਇਸ ਮੁੱਦੇ ਉੱਤੇ? ਇਹ ਤਾਂ ਜ਼ਰੂਰੀ ਆ ਜੀ। ਹੁਣ ਅੱਗੇ ਹੁੰਦਾ ਸੀਗਾ ਜੀ, ਲੋਕ ਅਨਪੜ੍ਹ ਸੀਗੇ, ਲੋਕਾਂ ਨੂੰ ਪਤਾ ਨਹੀਂ ਸੀਗਾ, ਘਰ ਘਰ ਮੀਡੀਆ ਨਹੀਂ ਸੀਗਾ। ਹੁਣ ਹਰ ਕੋਲ ਮੀਡੀਆ ਹੈਗਾ ਆ, ਮੀਡੀਆ ਦੇ ਜ਼ਰੀਏ ਸਾਨੂੰ ਹਰ ਚੀਜ਼ ਦਾ ਪਤਾ ਲੱਗਦਾ ਆ। ਜੇ ਅਸੀਂ ਫਿਰ ਵੀ ਚੁੱਪ ਰਹੀਏ ਤਾਂ ਫਿਰ ਸਾਡੇ ਵਾਸਤੇ ਹੀ ਮਾੜੀ ਆ। ਇੱਕ ਵੋਟਰ ਨੂੰ ਵੀ ਚਾਹੀਦਾ ਆ ਕਿ ਵੋਟਰ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਅਗਰ ਉਹਨੂੰ ਉਹਦੀ ਵਾਰਡ ਦੇ ਵਿੱਚ ਕੋਈ ਵੀ ਕੌਂਸਲਰ ਉਹਨਾਂ ਨੂੰ ਨਹੀਂ ਪਸੰਦ ਹੈਗਾ ਤੇ ਇੱਕ ਨੋਟਾ ਦਾ ਬਟਨ ਹੁੰਦਾ ਆ, ਉਹਨੂੰ ਦਬਾ ਕੇ ਆਉਣਾ ਚਾਹੀਦਾ ਆ, ਤਾਂ ਕਿ ਜਦੋਂ ਵੋਟਾਂ ਦੀ ਗਿਣਤੀ ਹੋਵੇ ਉਸ ਤੋਂ ਬਾਅਦ ਪਤਾ ਲੱਗੇ ਕਿ ਇਹ ਜਿਹੜਾ ਕੌਂਸਲਰ ਜਿੰਨੇ ਵੀ ਖੜ੍ਹੇ ਸੀ ਕੋਈ ਵੀ ਸਾਨੂੰ ਪਸੰਦ ਨਹੀਂ ਹੈਗਾ। ਜੇ ਉਹਨਾਂ ਵਿੱਚੋਂ ਕੋਈ ਕੌਂਸਲਰ ਵਧੀਆ ਲੱਗਦਾ ਆ ਤਾਂ ਉਹਨੂੰ ਵੋਟ ਪਾਉਣੀ ਚਾਹੀਦੀ, ਉਹਨੂੰ ਸਪੋਰਟ ਕਰਨੀ ਚਾਹੀਦੀ ਆ, ਉਹਦੀ ਮਦਦ ਕਰਨੀ ਚਾਹੀਦੀ ਆ ਔਰ ਉਹਨੂੰ ਉੱਪਰ ਲੈ ਕੇ ਜਾਣਾ ਚਾਹੀਦਾ ਆ।
ਤੇ ਉਹਨੂੰ ਕੋਈ ਹਿਸਾਬ ਲੈਣ ਦੀ ਲੋੜ ਨਹੀਂ, ਉਹ ਆਟੋਮੈਟਿਕਲੀ ਪੂਰੇ ਹੀ ਪੈਸੇ ਜਿਹੜੇ ਆ ਉਹ ਤੁਹਾਡੀ ਵਾਰਡ ਦੇ ਉੱਤੇ ਖਰਚ ਕਰੂਗਾ। ਬਲਵਿੰਦਰ ਜੀ ਨੇ ਸਾਨੂੰ ਬਹੁਤ ਵਧੀਆ ਦੱਸਿਆ ਕਿ ਲੋਕਾਂ ਨੂੰ ਵੀ ਜਾਗਰੂਕ ਹੋਣਾ ਪੈਣਾ ਹੈ, ਲੋਕਾਂ ਨੂੰ ਵੀ ਇਸ ਗੱਲ ਨੂੰ ਸਮਝਣਾ ਪੈਣਾ ਹੈ ਕਿ ਇਕੱਲਾ ਕੌਂਸਲਰ ਹੀ ਡਿਵੈਲਪਮੈਂਟ ਲਈ ਜ਼ਿੰਮੇਵਾਰ ਨਹੀਂ, ਲੋਕ ਵੀ ਜ਼ਿੰਮੇਵਾਰ ਨੇ। ਜਾਗਰੂਕਤਾ ਦੇ ਨਾਲ ਵੋਟ ਪਾਉਣ, ਸਮਝਦਾਰ ਵਿਅਕਤੀ ਨੂੰ ਵੋਟ ਪਾਉਣ, ਆਪਣੇ ਆਪ ਵਾਰਡ ਦੀ ਤਰੱਕੀ ਹੋ ਜਾਏਗੀ। ਬਲਵਿੰਦਰ ਜੀ, ਮੇਰਾ ਇਹਦੇ ਵਿੱਚੋਂ ਅਗਲਾ ਸਵਾਲ ਨਿਕਲ ਕੇ ਇਹ ਆਂਦਾ ਹੈ ਕਿ ਖੇਡਾਂ ਨੂੰ ਵਡਾਵਾ ਦੇਣ ਲਈ ਔਰ ਨਸ਼ਿਆਂ ਨੂੰ ਲਗਾਮ ਲਾਉਣ ਦੇ ਲਈ ਕਿਆ ਕਾਰਪੋਰੇਸ਼ਨ ਦੇ ਵਿੱਚ ਸਪੋਰਟਸਮੈਨ ਕੌਂਸਲਰ ਦਾ ਕੋਟਾ ਨਿਰਧਾਰਿਤ ਕੀਤਾ ਜਾਵੇ? ਹਾਂਜੀ ਚਾਹੀਦਾ ਜੀ, ਬਹੁਤ ਜ਼ਰੂਰੀ ਚਾਹੀਦਾ ਜੀ। ਜਿੱਦਾਂ ਕਿ ਜਿਮ ਵਗੈਰਾ ਹੋ ਗਏ ਆ, ਗਰਾਊਂਡ ਵਗੈਰਾ ਜਿੱਦਾਂ ਆਪਾਂ ਨੂੰ ਚਾਹੀਦੇ ਆ ਜਿੱਥੇ ਵੀ ਲਾਗੇ, ਜੇ ਅਸੀਂ ਚਲੋ ਹਰ ਵਾਰਡ ਦੇ ਵਿੱਚ ਤਾਂ ਗਰਾਊਂਡ ਨਹੀਂ ਬਣ ਸਕਦੀ, ਜਿਹੜੀ ਵੀ ਸਾਨੂੰ ਲਾਗੇ ਮਿਲਦੀ ਆ ਸਾਨੂੰ ਉਹਦੇ ਵਾਸਤੇ ਖੇਡਾਂ ਵਾਸਤੇ ਜਿਹੜਾ ਸਮਾਨ ਚਾਹੀਦਾ ਹੈ, ਉਹ ਬੱਚਿਆਂ ਨੂੰ ਸਾਨੂੰ ਸਿੱਖਿਆ ਦੇਣੀ ਚਾਹੀਦੀ ਹੈ ਕਿ ਅਸੀਂ ਖੇਡਾਂ ਵੱਲ ਪ੍ਰੇਰਿਤ ਕਰੀਏ, ਉਹਨਾਂ ਨੂੰ ਚੰਗੇ ਪਾਸੇ ਨੂੰ ਪ੍ਰੇਰਿਤ ਕਰੀਏ ਕਿ ਤਾਂ ਕਿ ਸਾਡੇ ਜਿਹੜੇ ਬੱਚੇ ਆ ਆਉਣ ਵਾਲੀਆਂ ਪੀੜ੍ਹੀਆਂ ਨਸ਼ਿਆਂ ਤੋਂ ਬਚ ਸਕਣ। ਨਹੀਂ ਤਾਂ ਸਾਡਾ ਜਿਹੜਾ ਬੱਚਾ ਆ, ਸਾਡਾ ਜਿਹੜਾ ਸਮਾਜ ਆ, ਸਾਰਾ ਹੀ ਨਸ਼ਿਆਂ ਦੇ ਵਿੱਚ ਧੱਕਦਾ ਜਾ ਰਿਹਾ ਆ। ਉਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਹੀ ਰਲ ਮਿਲ ਕੇ ਪ੍ਰਣ ਕਰਨਾ ਚਾਹੀਦਾ ਹੈ। ਬਹੁਤ ਵਧੀਆ ਦੱਸਿਆ ਬਲਵਿੰਦਰ ਜੀ ਨੇ ਕਿ ਕੌਂਸਲਰਸ ਨੂੰ ਪਲੱਸ ਲੋਕਾਂ ਨੂੰ ਮਿਲ ਕੇ ਇਹ ਨਿਰਧਾਰਿਤ ਕਰਨਾ ਚਾਹੀਦਾ ਹੈ ਕਿ ਅਸੀਂ ਨਸ਼ਿਆਂ ਤੋਂ ਦੂਰ ਰਹੀਏ, ਸਪੋਰਟਸ ਵੱਲ ਜ਼ਿਆਦਾ ਵਧੀਏ, ਸਾਡੇ ਕੋਲ ਖੇਲ ਦੇ ਮੈਦਾਨ ਹੋਣ ਤਾਂ ਕਿ ਬੱਚੇ ਆਪਣਾ ਵਧੀਆ ਤੋਂ ਵਧੀਆ ਸਮਾਂ ਉੱਥੇ ਬਤੀਤ ਕਰ ਸਕਣ। ਬਲਵਿੰਦਰ ਜੀ, ਮੇਰਾ ਆਖਰੀ ਸਵਾਲ ਤੁਹਾਡੇ ਤੋਂ ਇਹ ਹੈਗਾ ਕਿ ਜਿਵੇਂ ਵਕਤ ਪਰਿਵਰਤਿਤ ਹੋ ਰਿਹਾ ਹੈ, ਟਾਈਮ ਬਦਲ ਰਿਹਾ ਹੈ, ਕਿਆ ਕੌਂਸਲਰਸ ਨੂੰ ਆਪਣੇ ਵਾਰਡ ਦੀ ਪੂਰੀ ਮੈਪਿੰਗ ਕਰਕੇ ਉਹਦੇ ਨਕਸ਼ੇ ਪ੍ਰਿੰਟ ਕਰਕੇ ਲੋਕਾਂ 'ਚ ਵੰਡੇ ਜਾਣ ਤਾਂ ਕਿ ਲੋਕ ਵੀ ਆਪਣੇ ਵਾਰਡ ਦੇ ਪ੍ਰਤੀ ਸਜਗ ਹੋ ਜਾਣ? ਔਰ ਕਿਆ ਇਹੋ ਜਿਹਾ ਪ੍ਰੋਗਰਾਮ ਚਲਾਇਆ ਜਾਵੇ ਕਿ ਹਰ 6 ਮਹੀਨੇ ਬਾਅਦ ਇੱਕ ਪਬਲਿਕ ਮੀਟਿੰਗ ਹੋਵੇ ਜਿਹਦੇ ਵਿੱਚ ਲੋਕ ਆਪਣੇ ਕੌਂਸਲਰ ਤੋਂ ਰੂਬਰੂ ਹੋਣ ਤੇ 1 to 1 ਕੁਐਸਚਨ ਪੁੱਛ ਸਕਣ? ਹਾਂਜੀ, ਇਹ ਤਾਂ ਚਾਹੀਦਾ ਹੈ। ਜਿੱਦਾਂ ਹੁਣ ਮੈਂ ਦੇਖਿਆ ਕਿ ਜਿਹੜੇ ਕੌਂਸਲਰ ਬਣਦੇ ਆ ਉਹਨਾਂ ਦਾ ਬੋਰਡ ਲਾ ਦਿੱਤਾ ਜਾਂਦਾ ਆ ਉਹਦਾ ਰਿਹਾਇਸ਼ ਦਾ ਹੈ ਜੀ, ਇੱਥੇ ਆ ਉਹਦਾ ਵਾਰਡ ਨੰਬਰ ਇੰਨਾ ਆ। ਉਹਦੇ ਵਿੱਚ ਜਿੱਦਾਂ ਹੁਣ ਕਿ ਬੜੀਆਂ ਸਮੱਸਿਆਵਾਂ ਆਉਂਦੀਆਂ, ਕੋਈ ਬਿਜਲੀ ਖਰਾਬ ਹੋ ਗਈ ਜਾਂ ਪਾਣੀ ਦੀ ਸਮੱਸਿਆ ਆ ਗਈ, ਕਿਸੇ ਚੀਜ਼ ਦੀ ਸਮੱਸਿਆ ਆਵੇ, ਉਹਦੇ ਉੱਤੇ ਬਕਾਇਦਾ ਜਿਹੜੇ ਟੋਲ ਫ੍ਰੀ ਨੰਬਰ ਲਿਖੇ ਹੋਣੇ ਚਾਹੀਦੇ ਆ। ਜਦ ਕਿ ਅਸੀਂ ਉਹਦੇ ਨਾਂ ਨੂੰ ਚਮਕਾਈ ਜਾਂਦੇ ਆ, ਉਹ ਤਾਂ ਵਾਰਡ ਵਾਲੇ ਨੂੰ ਪਤਾ ਹੀ ਹੈ ਕਿ ਸਾਡਾ ਕੌਂਸਲਰ ਕੌਣ ਵਾ, ਉਹਦੀ ਤਾਂ ਲੋੜ ਹੀ ਨਹੀਂ ਹੈਗੀ। ਉਹਦੇ ਸਾਨੂੰ ਲੋੜ ਆ ਨੰਬਰਾਂ ਦੀ ਕਿ ਨੰਬਰ ਨੰਬਰ ਆ, ਸਾਨੂੰ ਅਸੀਂ ਉਹਨਾਂ ਨੂੰ ਫੋਨ ਕਰ ਸਕੀਏ, ਅਸੀਂ ਜਿਹੜਾ ਸਾਡਾ ਕੋਈ ਵਿਗੜਿਆ ਕੰਮ ਆ ਅਸੀਂ ਉਹਨੂੰ ਸੁਧਾਰ ਸਕੀਏ। ਬਾਕੀ ਕੌਂਸਲਰ ਨੂੰ ਆਪਣੇ ਆਪ ਹੀ ਚਾਹੀਦਾ ਹੈ ਕਿ ਉਹ ਆਪਣੇ ਜਿਹੜੇ ਮੇਨ ਬੰਦੇ ਜਿੰਨੇ ਵੀ ਹਨ ਮਹੱਲੇ ਦੇ ਵਿੱਚ ਜਾਂ ਵਾਰਡ ਦੇ ਵਿੱਚ ਜਿਹੜੇ ਮੋਤਬਰ ਹਨ ਉਹਨਾਂ ਨੂੰ ਨਾਲ ਲੈ ਕੇ ਡੋਰ ਟੂ ਡੋਰ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਸੁਣਨ। ਬਹੁਤਾ ਨਹੀਂ ਤਾਂ 5-6 ਮਹੀਨਿਆਂ ਬਾਅਦ ਤਾਂ ਜ਼ਰੂਰ ਸਮੱਸਿਆਵਾਂ ਸੁਣਨੀਆਂ ਚਾਹੀਦੀਆਂ ਆ। ਜੇ ਅਸੀਂ ਘਰ ਬੈਠੇ ਰਹਾਂਗੇ, ਕਈ ਬੰਦੇ ਵਿਚਾਰੇ ਸੰਗਦੇ ਹੁੰਦੇ ਆ, ਉਹ ਪਹੁੰਚ ਹੀ ਨਹੀਂ ਸਕਦੇ, ਦੱਸਦੇ ਨਹੀਂ, ਉਹਨਾਂ ਦੀ ਆਵਾਜ਼ ਜਿਹੜੀ ਆ ਅੰਦਰੇ ਦੱਬ ਕੇ ਰਹਿ ਜਾਂਦੀ ਆ। ਤੇ ਇਸ ਕਰਕੇ ਕੌਂਸਲਰ ਨੂੰ ਇਸ ਚੀਜ਼ ਦੀ ਜਿਸ ਵੀ ਕੌਂਸਲਰ ਨੇ ਬਣਨਾ ਹੋਵੇ ਉਸ ਨੂੰ ਇਹ ਚੀਜ਼ਾਂ ਸਾਰੀਆਂ ਸੋਚ ਕੇ ਮਿਹਨਤ ਕਰਨੀ ਚਾਹੀਦੀ ਆ ਔਰ ਲੋਕਾਂ ਦਾ ਭਲਾ ਕਰਨਾ ਚਾਹੀਦਾ ਹੈ। ਇਹ ਸੀ ਸਾਡੇ ਵਿੱਚ ਸ਼੍ਰੀ ਬਲਵਿੰਦਰ ਜੀ ਉਰਫ ਬਿੰਦਰ ਜੀ, ਸਮਾਜ ਸੇਵੀ, ਬਲਾਕ ਸਮਿਤੀ ਦੇ ਮੈਂਬਰ, ਬਹੁਤ ਵਧੀਆ ਬੰਦੇ ਜਿਨ੍ਹਾਂ ਨੇ ਬਹੁਤ ਹੀ ਵਧੀਆ ਵਿਚਾਰ ਰੱਖੇ। ਬਲਵਿੰਦਰ ਜੀ, ਮੈਂ KBC ਦੀ ਟੀਮ ਵੱਲੋਂ ਤੇ KBC ਦੇ ਦਰਸ਼ਕਾਂ ਵੱਲੋਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਡੇ ਵਿੱਚ ਨੇ ਸ਼੍ਰੀ ਜਤਿੰਦਰ ਸਿੰਘ ਜੀ। ਜਤਿੰਦਰ ਜੀ, ਤੁਹਾਡਾ ਬਹੁਤ ਸਵਾਗਤ KBC ਦੇ ਲਈ ਔਰ KBC ਦੇ ਦਰਸ਼ਕਾਂ ਵੱਲੋਂ ਤੁਹਾਡਾ ਇੱਕ ਵਾਰ ਬਹੁਤ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਤਿੰਦਰ ਜੀ, ਸਵਾਲ ਬਹੁਤ ਛੋਟੇ ਨੇ ਬਟ ਸਵਾਲ ਜਿਹੜੇ ਨੇ ਉਹ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਮਹੱਤਵ ਰੱਖਦੇ ਨੇ। ਇਲੈਕਸ਼ਨਸ ਕਾਰਪੋਰੇਸ਼ਨ 2021 ਬਹੁਤ ਸਿਰ ਤੇ ਖੜੇ ਨੇ, ਚੁਣਾਵ ਆਉਣ ਵਾਲਾ ਹੈ। ਇਹ ਚੁਣਾਵਾਂ ਦਾ ਮਹੱਤਵ ਸਾਡੇ ਲਈ ਇਸ ਕਰਕੇ ਹੈ ਕਿਉਂਕਿ ਇਹ ਡਾਇਰੈਕਟਲੀ ਸਾਡੀ ਡਿਵੈਲਪਮੈਂਟ ਨਾਲ ਜੁੜੇ ਹੈ। ਜਤਿੰਦਰ ਜੀ, ਮੇਰਾ ਪਹਿਲਾ ਸਵਾਲ ਇਹ ਹੈ ਕਿ ਕਿਹੋ ਜਿਹਾ ਕੌਂਸਲਰ ਤੁਸੀਂ ਆਪਣੇ ਵਾਰਡ 'ਚ ਦੇਖਣਾ ਚਾਹੋਗੇ? ਕਾਉਂਸਲਰ ਦਾ ਜੀ MC ਦਾ ਮੇਰੇ ਹਿਸਾਬ ਨਾਲ ਤਾਂ ਕੋਈ ਅਹੁਦਾ ਨਹੀਂ ਹੁੰਦਾ। ਉਹ ਜਿਹੜਾ ਜਨਤਾ ਦੁਆਰਾ ਚੁਣਿਆ ਜਾਂਦਾ ਆ ਵਾਰਡ ਦਾ, ਉਹ ਇੱਕ ਸੇਵਾਦਾਰ ਹੁੰਦਾ ਜਨਤਾ ਵਾਸਤੇ, ਠੀਕ ਹੈ ਜੀ। ਅਤੇ ਉਹਨੂੰ ਜਨਤਾ ਦੇ ਦੁੱਖ ਸੁੱਖ ਮੁਸੀਬਤਾਂ ਨੂੰ ਆਪਣੀ ਮੁਸੀਬਤ ਸਮਝਣਾ ਚਾਹੀਦਾ ਆ। ਬਹੁਤ ਵਧੀਆ ਦੱਸਿਆ ਜਤਿੰਦਰ ਜੀ ਨੇ ਕਿ ਕੌਂਸਲਰ ਆਪਣੇ ਆਪ 'ਚ ਕੋਈ ਅਹੁਦਾ ਨਹੀਂ ਹੈ, ਕੌਂਸਲਰ ਇੱਕ ਸੇਵਾਦਾਰ ਹੈ। ਉਹ ਵੋਟਾਂ ਤੋਂ ਬਾਅਦ ਪੂਰੇ ਵਾਰਡ ਨੂੰ ਆਪਣਾ ਪਰਿਵਾਰ ਸਮਝੇ ਔਰ ਹਰ ਘਰ ਦੇ ਨਾਲ ਇਨ ਟੱਚ ਰਵੇ ਔਰ ਸੇਵਾ ਕਰਦਾ ਰਹੇ।
ਜਤਿੰਦਰ ਜੀ, ਇਹਦੇ ਵਿੱਚੋਂ ਇੱਕ ਹੋਰ ਵੱਡਾ ਸਵਾਲ ਨਿਕਲ ਕੇ ਆਉਂਦਾ ਹੈ ਕਿ ਅਗਰ ਵਾਕਈ ਵਾਰਡ ਦੇ ਵਿੱਚ ਕੌਂਸਲਰ ਸੇਵਾਦਾਰ ਹੈ ਤੇ ਕਿਆ ਉਹਨੂੰ ਪ੍ਰਚਾਰ ਔਰ ਵੋਟਾਂ ਮੰਗਣ ਦੀ ਜ਼ਰੂਰਤ ਹੈ? ਹਾਂਜੀ, ਪ੍ਰਚਾਰ ਤਾਂ ਜ਼ਰੂਰੀ ਹੈ ਜੀ। ਵੋਟਾਂ ਵਾਸਤੇ ਪ੍ਰਚਾਰ ਤਾਂ ਕਰਨਾ ਹੀ ਪੈਣਾ ਆ। ਠੀਕ ਹੈ ਜੀ। ਜਤਿੰਦਰ ਜੀ, ਅਗਰ ਉਹ ਸੇਵਾਦਾਰ ਹੈਗਾ ਹੈ ਤੇ ਉਹਦੀ ਸੇਵਾ ਤੋਂ ਖੁਸ਼ ਹੋ ਕੇ ਲੋਕ ਜ਼ਰੂਰ ਉਹਨੂੰ ਵੋਟ ਰੂਪੀ ਮੇਵਾ ਪਾਣਗੇ, ਇਹੀ ਤੁਹਾਡੇ ਕਹਿਣ ਦਾ ਮਤਲਬ ਹੈ? ਹਾਂਜੀ, ਬਿਲਕੁਲ ਜੀ, ਬਿਲਕੁਲ। ਮੇਰਾ ਅਗਲਾ ਸਵਾਲ ਜਤਿੰਦਰ ਜੀ ਤੋਂ ਇਹ ਹੈ ਕਿ ਸਾਡੀਆਂ ਕਾਰਪੋਰੇਸ਼ਨਾਂ ਤਰ੍ਹਾਂ ਤਰ੍ਹਾਂ ਦੇ ਟੈਕਸ ਲਾਉਂਦੀਆਂ ਹੈ, ਤਰ੍ਹਾਂ ਤਰ੍ਹਾਂ ਦੇ ਸੈਸ ਲਾਉਂਦੀਆਂ ਹੈ। ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਹੁਸ਼ਿਆਰਪੁਰ ਸ਼ਹਿਰ ਦੀ ਗਿਣਤੀ ਇੱਕ ਗੰਦੇ ਸ਼ਹਿਰਾਂ ਦੇ ਵਿੱਚੋਂ ਹੈ। ਕਿਆ ਸਾਡੇ ਕਾਰਪੋਰੇਸ਼ਨ ਜਿਹੜੀਆਂ ਸੈਸ ਇਕੱਠੀਆਂ ਕਰਦੀਆਂ ਹੈ, ਇਹ ਟਾਈਮ ਨਹੀਂ ਆ ਗਿਆ ਕਿ ਉਹਨਾਂ ਦਾ ਪੂਰਾ ਪੂਰਾ ਉਪਯੋਗ ਕੀਤਾ ਜਾਵੇ ਔਰ ਜਨਤਾ ਨੂੰ ਹਿਸਾਬ ਦਿੱਤਾ ਜਾਵੇ? ਬਿਲਕੁਲ ਜੀ, ਜਨਤਾ ਨੂੰ ਹਿਸਾਬ ਦੇਣਾ ਚਾਹੀਦਾ ਆ। ਜਤਿੰਦਰ ਜੀ, ਦੇਖਿਆ ਇਹ ਗਿਆ ਹੈ ਕਿ ਬਹੁਤ ਸਾਰੇ ਜਾਨਵਰ ਬੇਜ਼ੁਬਾਨ ਬੇਸਹਾਰਾ ਸੜਕਾਂ 'ਤੇ ਘੁੰਮਦੇ ਨੇ, ਐਕਸੀਡੈਂਟ ਦਾ ਕਾਰਨ ਵੀ ਬਣਦੇ ਨੇ। ਜਿਹੜਾ ਸਾਡਾ ਸੈਸ ਹੈ ਉਹ ਇਸੇ ਲਈ ਜਾਂਦਾ ਹੈ ਕਿ ਕਾਰਪੋਰੇਸ਼ਨਾਂ ਉਹਨਾਂ ਨੂੰ ਸਹਾਇਤਾ ਦੇਣ। ਜਤਿੰਦਰ ਜੀ, ਤੁਸੀਂ ਬਹੁਤ ਵਧੀਆ ਵਿਚਾਰ ਰੱਖੇ KBC ਦੇ ਲਈ, ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ। ਗਰਾਊਂਡ ਜ਼ੀਰੋ ਤੋਂ ਆਕਾਸ਼ ਕਲੋਨੀ ਦੇ ਵਿੱਚ ਗੁਰਦੁਆਰਾ ਸ਼੍ਰੀ ਅਮਰ ਦਰਬਾਰ ਜੀ ਦੀ ਹਾਜ਼ਰੀ ਦੇ ਵਿੱਚ ਮੈਂ KBC ਦੀ ਟੀਮ ਵੱਲੋਂ ਔਰ KBC ਵੱਲੋਂ ਤੁਹਾਡਾ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗਰਾਊਂਡ ਜ਼ੀਰੋ ਤੋਂ ਆਕਾਸ਼ ਕਲੋਨੀ ਦੇ ਵਿੱਚ ਹਾਂ। ਇਸ ਵੇਲੇ ਸਾਡੇ ਸਾਹਮਣੇ ਨੇ ਭਾਈ ਸਾਹਿਬ, ਕੀ ਤੁਹਾਡਾ ਸ਼ੁਭ ਨਾਮ ਹੈ ਔਰ ਵੈਲਕਮ ਟੂ KBC? ਮੈਂ ਭੁਪਿੰਦਰ ਸਿੰਘ। ਸਾਡੇ ਵਿੱਚ ਭੁਪਿੰਦਰ ਜੀ ਨੇ। ਮੈਂ ਭੁਪਿੰਦਰ ਜੀ ਤੋਂ KBC ਦੇ ਦਰਸ਼ਕਾਂ ਦੇ ਲਈ ਬਹੁਤ ਅਹਿਮ ਸਵਾਲ ਪੁੱਛਣ ਜਾ ਰਿਹਾ ਹਾਂ। ਭੁਪਿੰਦਰ ਜੀ, ਇਲੈਕਸ਼ਨਸ ਸਿਰ 'ਤੇ ਖੜੇ ਨੇ, ਤੁਸੀਂ ਕਿਹੋ ਜਿਹਾ ਕੌਂਸਲਰ ਆਪਣੇ ਵਾਰਡ 'ਚ ਦੇਖਣਾ ਚਾਹੋਗੇ? ਦੇਖੋ ਜੀ, ਕੈਂਸਲਰ ਤਾਂ ਉਹ ਹੋਣਾ ਚਾਹੀਦਾ ਜਿਹੜਾ ਪਬਲਿਕ ਨੂੰ ਪਹਿਲਾਂ ਮਤਲਬ ਕਿ ਸਾਰਾ ਪਬਲਿਕ ਉਹਨੂੰ ਜਾਣਦੀ ਹੋਵੇ, ਉਹਦੇ ਉੱਤੇ ਪੂਰਾ ਫੇਸ ਰੱਖਿਆ ਹੋਵੇ, ਉਹ ਪਹਿਲਾਂ ਵੀ ਸੇਵਾ ਸੇਵਕ ਹੋਵੇ, ਜਿਹੜਾ ਕਿ ਅੱਗੇ ਜਾ ਕੇ ਉਹ ਮਤਲਬ ਕਿ ਵਧੀਆ ਕੰਮ ਕਰੇ। ਇਹ ਨਹੀਂ ਹੋਵੇ ਕਿ ਜਿਹੜਾ ਮੈਂ ਅੱਜ ਉੱਠਿਆ ਮੈਨੂੰ ਕੁਛ ਪਤਾ ਹੀ ਕੁਛ ਨਹੀਂ, ਉਹਦੇ ਬਾਰੇ ਮਤਲਬ ਕਿ ਵਧੀਆ ਕੌਂਸਲਰ ਹੋਣਾ ਚਾਹੀਦਾ। ਭੁਪਿੰਦਰ ਜੀ ਨੇ ਬਹੁਤ ਵਧੀਆ ਦੱਸਿਆ ਕਿ ਪੋਲੀਟੀਕਲ ਪਾਰਟੀਆਂ ਨੂੰ ਟਿਕਟ ਦਿੰਦੇ ਵੇਲੇ ਇਹ ਗੱਲ ਸੁਨਿਸ਼ਚਿਤ ਕਰਨੀ ਚਾਹੀਦੀ ਹੈ ਕਿ ਮਨੁੱਖੀ ਜਿਹੜਾ ਰਸਤਾ ਹੈਗਾ ਉਹਨੂੰ ਅਖਤਿਆਰ ਕਰੇ ਕੌਂਸਲਰ, ਔਰ ਸੇਵਾਦਾਰ ਦੇ ਰੂਪ ਦੇ ਵਿੱਚ ਆਪਣੇ ਆਪ ਨੂੰ ਲੈ ਕੇ ਆਵੇ। ਭੁਪਿੰਦਰ ਜੀ, ਮੇਰਾ ਅਗਲਾ ਸਵਾਲ ਇਹ ਹੈ ਕਿ ਕੌਂਸਲਰਸ ਦੇ ਲਈ ਵੀ ਬਹੁਤ ਵੱਡੀਆਂ ਪਰੇਸ਼ਾਨੀਆਂ ਨੇ। ਅਸੀਂ ਜਿਸਲੇ ਵੀ ਡਿਵੈਲਪਮੈਂਟ ਦੇ ਉੱਤੇ ਕੋਈ ਗੱਲ ਕਰਦੇ ਹਾਂ ਤੇ ਕੌਂਸਲਰ ਇਹ ਕਹਿੰਦੇ ਨੇ ਕਿ ਕਾਰਪੋਰੇਸ਼ਨ ਕੋਲ ਪੈਸਾ ਨਹੀਂ ਹੈ, ਕਾਰਪੋਰੇਸ਼ਨ ਦੇ ਅਕਾਊਂਟ ਖਾਲੀ ਨੇ। ਕਿਆ ਇਹ ਟਾਈਮ ਨਹੀਂ ਆ ਗਿਆ ਕਿ ਜਨਤਾ ਵੀ ਜਾਣੇ ਇਸ ਗੱਲ ਨੂੰ ਕਿ ਇਹਦੇ ਵਿੱਚ ਕਿੰਨੀ ਸੱਚਾਈ ਹੈ, ਔਰ ਜਨਤਾ ਨੂੰ ਵੀ ਪਤਾ ਲੱਗੇ ਕਿ ਕਿਆ ਜਿਹੜੀਆਂ ਵੱਡੀਆਂ ਸਰਕਾਰਾਂ ਸਟੇਟ ਲੈਵਲ 'ਤੇ ਜਾਂ ਸੈਂਟਰ ਲੈਵਲ 'ਤੇ ਉਹ ਕਾਰਪੋਰੇਸ਼ਨਾਂ ਨੂੰ ਮਦਦ ਕਰਦੀਆਂ ਹਾਂ ਜਾਂ ਨਹੀਂ ਕਰਦੀਆਂ? ਬਿਲਕੁਲ ਕਰਦੀਆਂ ਜੀ। ਗੌਰਮੈਂਟ ਹਮੇਸ਼ਾ ਜਿਹੜਾ ਕੌਂਸਲਰ ਕੋਈ ਵੀ ਸਿਸਟਮ 'ਚ ਚੱਲਦਾ, ਗੌਰਮੈਂਟ ਉਹਨੂੰ ਪੈਸਾ ਭੇਜਦੀ ਹੈ, ਪਰ ਅੱਗੇ ਡਿਸਟਰੀਬਿਊਟ ਕਿਹਨੇ ਕਰਨਾ ਆ? ਉਹ ਕੌਂਸਲਰ ਦਾ ਜਾਂ ਤੁਹਾਡੇ ਜਿਹੜਾ ਉੱਥੇ ਬੈਠੇ ਆ ਉਹਨਾਂ ਨੇ ਕਰਨਾ। ਇਸ ਕਰਕੇ ਇਹ ਆ ਕਿ ਪੈਸੇ ਦਾ ਹਿਸਾਬ ਕਿਤਾਬ ਜਿਹੜਾ ਸਾਰਾ ਬੰਦੇ ਨੂੰ ਪਤਾ ਹੋਣਾ ਚਾਹੀਦਾ। ਮੀਟਿੰਗ ਹੋਣੀ ਚਾਹੀਦੀ ਹੈ 6 ਮਹੀਨਿਆਂ ਬਾਅਦ, 5 ਮਹੀਨਿਆਂ ਬਾਅਦ, ਮਤਲਬ ਕਿ ਮੀਟਿੰਗ ਇੱਕ ਜ਼ਰੂਰੀ ਆ ਕਿ ਪਬਲਿਕ ਨੂੰ ਪਤਾ ਲੱਗੇ, ਇੰਪਰੂਵ ਹੋਵੇ ਕੀ ਹੋਇਆ ਕਿੱਦਾਂ ਨਹੀਂ ਹੋਇਆ, ਪਰ ਦੇਖਿਆ ਜਾਂਦਾ ਪਰ ਇੰਪਰੂਵ ਘੱਟ ਹੀ ਹੁੰਦਾ ਆ। ਭੁਪਿੰਦਰ ਜੀ ਨੇ ਬਹੁਤ ਵਧੀਆ ਲਾਇਜੇ ਦੇ ਵਿੱਚ ਸਾਨੂੰ ਦੱਸਿਆ ਕਿ ਸਰਕਾਰਾਂ ਵੱਲੋਂ ਕਾਰਪੋਰੇਸ਼ਨਾਂ ਨੂੰ ਪੂਰੀ ਮਦਦ ਦਿੱਤੀ ਜਾਂਦੀ ਹੈ, ਬਟ ਜਿਹੜਾ ਅਗਲਾ ਹਿਸਾਬ ਹੈ ਉਹ ਲੋਕਾਂ ਨੂੰ ਨਹੀਂ ਪਤਾ। ਭੁਪਿੰਦਰ ਜੀ, ਇਹਦੇ ਵਿੱਚੋਂ ਇੱਕ ਸਵਾਲ ਹੋਰ ਨਿਕਲ ਕੇ ਆਉਂਦਾ ਹੈ ਕਿ ਅੱਜ ਜਿਵੇਂ ਸਰਕਾਰ ਸਾਡੀ ਵਪਾਰਿਕ ਜਾਂ ਜਿਹੜੇ ਨੌਕਰੀ ਪੇਸ਼ਾ ਨੇ ਉਹਨਾਂ ਦੀ ਆਮਦਨਾਂ ਦਾ ਪੂਰਾ ਹਿਸਾਬ ਰੱਖਦੀ ਹੈ, ਕਿਆ ਅਸੀਂ ਵੀ ਕਾਰਪੋਰੇਸ਼ਨ ਦੇ ਜਿਹੜੇ ਵਾਰਡ ਵਾਈਜ਼ ਅਕਾਊਂਟ ਹੈ, ਕਿਆ ਜਨਤਾ ਨੂੰ ਅੱਜ ਹੱਕ ਹੈ ਕਿ ਉਹਦਾ ਪੂਰਾ ਹਿਸਾਬ ਰੱਖਿਆ ਜਾਵੇ ਕਿ ਵਾਰਡ ਨੰਬਰ ਫੋਰ ਐਗਜ਼ਾਮਪਲ 19 ਨੂੰ ਜਾਂ 20 ਨੂੰ 20 ਲੱਖ ਆਇਆ, 25 ਲੱਖ ਆਇਆ, ਕਿੱਥੇ ਲੱਗਾ, ਕਿਹੜਾ ਠੇਕੇਦਾਰ ਸੀ, ਕਿੰਨਾ ਪੈਸਾ ਖਰਚ ਹੋਇਆ? ਨਹੀਂ, ਬਿਲਕੁਲ। ਜੇ ਅਸੀਂ ਕੌਂਸਲ ਮਤਲਬ ਕਿ ਉਹਨੂੰ ਪਾਇਆ ਜਿੱਤਿਆ, ਸਾਡਾ ਇੱਕ ਹੱਕ ਬਣਦਾ ਕਿ ਉਹ ਤੋਂ ਅਸੀਂ ਹਿਸਾਬ ਕਿਤਾਬ ਲਈਏ।
ਕਿ ਉਹਨੇ ਕੀ ਕੀਤਾ, ਕਿੰਨਾ ਪੈਸਾ ਆਇਆ, ਕਿੱਥੇ ਡਿਵਾਈਡ ਕੀਤਾ, ਕਿੱਥੇ ਸਾਰਾ ਕੁਝ ਕੀਤਾ। ਇਹ ਸਾਰਾ ਕੁਝ ਮਤਲਬ ਪਬਲਿਕ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਨਾ ਕਿ ਕੀ ਹੋ ਰਿਹਾ, ਕੀ ਚੱਲ ਰਿਹਾ। ਬਹੁਤ ਵਧੀਆ ਦੱਸਿਆ ਭੁਪਿੰਦਰ ਜੀ ਨੇ ਕਿ ਜਨਤਾ ਵੀ ਵਿੱਚ ਸ਼ਾਮਲ ਕੀਤੀ ਜਾਵੇ। ਮੇਰਾ ਅਗਲਾ ਸਵਾਲ ਇਹ ਹੈ ਕਿ ਕਿਆ ਅਸੀਂ ਕਾਰਪੋਰੇਸ਼ਨ ਦੀਆਂ ਜਿਹੜੀਆਂ ਕਾਰਗੁਜ਼ਾਰੀਆਂ ਹੈ, ਕੌਂਸਲਰਸ ਦੀਆਂ ਜਿਹੜੇ ਵਰਕਿੰਗ ਸਟਾਈਲ ਹੈ, ਇਹਦੇ ਉੱਤੇ ਕੋਈ ਸ਼ਵੇਤ ਪੱਤਰ ਵੀ ਲੈ ਕੇ ਆਈਏ ਤਾਂ ਕਿ ਲੋਕਾਂ ਨੂੰ ਪਤਾ ਲੱਗੇ। ਇਹ ਟਾਈਮ ਜਿਹੜਾ ਹੈਗਾ ਇਹ ਜਾਗਰੂਕਤਾ ਵਾਲਾ ਟਾਈਮ ਹੈ। ਨਹੀਂ ਇਹ ਜ਼ਰੂਰੀ ਹੈ ਕਿਉਂਕਿ ਅੱਜ ਕੱਲ੍ਹ ਜਿੰਨੇ ਵੀ ਪਬਲਿਕ ਹੈਗੀ ਆ, ਪੜ੍ਹੇ ਲਿਖੇ ਬੱਚੇ ਆ ਰਹੇ ਆ, ਜਿਹੜੇ ਕੌਂਸਲਰ ਵੀ ਹੋਣ ਉਹ ਪੜ੍ਹੇ ਲਿਖੇ ਹੋਣੇ ਚਾਹੀਦੇ ਆ, ਜਿਹਨਾਂ ਨੂੰ ਕੁਝ ਗਿਆਨ ਹੋਵੇ। ਭੁਪਿੰਦਰ ਜੀ ਨੇ ਬਹੁਤ ਵਧੀਆ ਦੱਸਿਆ। ਇਹਦੇ ਵਿੱਚੋਂ ਇੱਕ ਹੋਰ ਅਹਿਮ ਸਵਾਲ ਨਿਕਲ ਕੇ ਆਉਂਦਾ ਹੈ ਕਿ ਜਿਵੇਂ ਡਿਜੀਟਲਾਈਜੇਸ਼ਨ ਹੋ ਰਹੀ ਹੈ, ਨੋ ਡਾਊਟ ਅੱਜ ਹਰ ਬੰਦਾ ਇੰਟਰਨੈਟ, ਵਟਸਐਪ, ਫੇਸਬੁੱਕ ਚਲਾਉਣ 'ਚ ਮਾਹਰ ਹੈ, ਪਰ ਵਾਰਡ ਦੀਆਂ ਕਈ ਟੈਕਨੀਕਲ ਸਮੱਸਿਆਵਾਂ ਵੀ ਹੈਗੀਆਂ। ਕਿਆ ਜਿਹੜੇ ਸਾਡੇ ਕੌਂਸਲਰ ਹੈ ਜਿਹੜੇ ਬਹੁਤ ਜ਼ਿਆਦਾ ਕੁਆਲੀਫਾਈਡ ਨਹੀਂ ਹੈ, ਉਹਨਾਂ ਨੂੰ ਆਪਣੇ ਵਾਰਡ ਦੇ ਵਿੱਚ ਟੈਕਨੀਕਲ ਜਿਹੜੀਆਂ ਸਮੱਸਿਆਵਾਂ ਹੈਗੀਆਂ ਉਹ ਤੋਂ ਅਪਡੇਟ ਕਰਨ ਲਈ ਕਿਆ ਕਾਰਪੋਰੇਸ਼ਨ ਕੋਈ ਉਹਨਾਂ ਦਾ ਸਟੱਡੀ ਪ੍ਰੋਗਰਾਮ ਵੀ ਚਲਾਵੇ? ਜ਼ਰੂਰੀ ਹੈ। ਕੌਂਸਲਰ ਨੂੰ ਪਤਾ ਹੋਣਾ ਚਾਹੀਦਾ ਕਿ ਉੱਤੋਂ ਕੀ ਮਤਲਬ ਕੀ ਆ ਰਿਹਾ, ਕਿ ਅੱਗੇ ਅਸੀਂ ਕਿੱਦਾਂ ਡਿਸਟਰੀਬਿਊਟ ਕਰਨਾ। ਜਿਵੇਂ ਕਿ ਅਸੀਂ ਬਹੁਤ ਜਗ੍ਹਾ ਦੇਖਿਆ ਕਿ ਪਾਣੀ ਖੜਾ ਹੁੰਦਾ ਹੈ ਔਰ ਇਹਦਾ ਹੱਲ ਕਿਸੇ ਕੋਲ ਨਹੀਂ ਮਿਲਦਾ। ਕੋਈ ਕਹਿੰਦਾ ਕਿ ਸੀਵਰੇਜ ਬੰਦ ਹੈ, ਟੈਕਨੀਕਲੀ ਕਈ ਹੋਰ ਤਰ੍ਹਾਂ ਦੀਆਂ ਸਮੱਸਿਆਵਾਂ ਹੈ, ਪਾਈਪ ਛੋਟੇ ਨੇ, ਆਬਾਦੀਆਂ ਵੱਧ ਗਈਆਂ, ਪੋਲਿਊਸ਼ਨ ਜਿਹੜਾ ਗੰਦਾ ਪਾਣੀ ਹੈ ਉਹਦੀ ਤਾਦਾਦ ਵੱਧ ਗਈ ਹੈ। ਇਸ ਕਰਕੇ ਟੈਕਨੀਕਲੀ ਵੀ ਕਾਰਪੋਰੇਸ਼ਨ ਨੂੰ ਚਾਹੀਦਾ ਹੈ ਕਿ ਆਪਣੇ ਕੌਂਸਲਰਸ ਨੂੰ ਅਪਡੇਟ ਕੀਤਾ ਜਾਵੇ। ਮੈਂ ਇੱਕ ਹੋਰ ਅਹਿਮ ਸਵਾਲ ਇਹਦੇ ਵਿੱਚੋਂ ਹੋਰ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿ ਜਿਵੇਂ ਜਿਵੇਂ ਸਾਡੀਆਂ ਮਹਿਲਾਵਾਂ ਦੀ ਜਿਹੜੀ ਭਾਗੀਦਾਰੀ ਹੈ ਉਹ ਸਮਾਜ ਦੇ ਵਿੱਚ ਵੱਧ ਰਹੀ ਹੈ, ਅਸੀਂ ਜ਼ਿਆਦਾ ਤੋਂ ਜ਼ਿਆਦਾ ਮਹਿਲਾਵਾਂ ਨੂੰ ਹਰ ਸਮਾਜ ਦੇ ਖੇਤਰ ਵਿੱਚ ਦੇਖ ਰਹੇ ਹਾਂ ਕਿ ਕਿਆ ਹੁਸ਼ਿਆਰਪੁਰ ਦੇ ਵਿੱਚ ਵੀ ਮਹਿਲਾਵਾਂ ਦੀ ਭਾਗੀਦਾਰੀ ਨੂੰ ਹੋਰ ਵਧਾਇਆ ਜਾਵੇ ਤਾਂ ਕਿ ਜਿਹੜੀ ਡਿਵੈਲਪਮੈਂਟ ਹੈ ਅਸੀਂ ਸੁਨਿਸ਼ਚਿਤ ਕਰੀਏ? ਨਹੀਂ ਸਰ, ਗੱਲ ਇਹ ਆ ਕਿ ਇਹ ਨਹੀਂ ਕਿ ਲੇਡੀਜ਼ ਹੋਵੇ ਜਾਂ ਜੈਂਟਸ ਹੋਵੇ, ਉਹ ਕੁਆਲੀਫਾਈਡ ਹੋਣਾ ਚਾਹੀਦਾ, ਜਿਹਨੂੰ ਪਤਾ ਲੱਗੇ ਕਿ ਕੀ ਹੋ ਰਿਹਾ, ਕਿੱਦਾਂ ਹੋ ਰਿਹਾ। ਇਹ ਅੱਜ ਕੱਲ੍ਹ ਤਾਂ ਕੋਈ ਵੀ ਮਤਲਬ ਕਿ ਬੇਟੀ ਹੋਵੇ ਜਾਂ ਬੇਟਾ ਹੋਵੇ ਜਾਂ ਮਤਲਬ ਕਿ ਲੇਡੀਜ਼ ਹੋਵੇ, ਜੈਂਟਸ ਹੋਣ। ਸਰ ਮੇਰਾ ਸਵਾਲ ਇਸ ਕਰਕੇ ਹੈਗਾ ਕਿ ਜਿਹੜੀਆਂ ਲੇਡੀਜ਼ ਹੈਗੀਆਂ, ਲੇਡੀਜ਼ ਦੇ ਵਿੱਚ ਵੀ ਅਸੀਂ ਦੇਖਿਆ ਕਿ ਬਹੁਤ ਡੈਡੀਕੇਟਡ ਸਮਾਜ ਦੀ ਸੇਵਾ ਕਰਨ ਦੀ ਭਾਵਨਾ ਹੈਗੀ ਆ। ਮੇਰਾ ਉਸ ਮੁਤਲਕ ਹੀ ਸਵਾਲ ਹੈ ਕਿ ਅਗਰ ਲੇਡੀਜ਼ ਇੱਕ ਕਾਰਪੋਰੇਸ਼ਨ ਦੇ ਵਿੱਚ, ਵੈਸੇ ਤਾਂ 50-50 ਤੇ ਚੱਲ ਰਿਹਾ ਹੈ, ਐਤਕੀ 50% ਮਹਿਲਾਵਾਂ ਅਤੇ 50% ਪੁਰਸ਼ ਹੈ, ਪਰ ਹੋਰ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਮਹਿਲਾਵਾਂ ਦੀ ਭਾਗੀਦਾਰੀ ਨੂੰ ਵਧਾਈਏ। ਨਹੀਂ, 50-50 ਹੋਣਾ ਚਾਹੀਦਾ, ਮੇਰੇ ਖਿਆਲ 'ਚ ਤਾਂ 50-50 ਹੋਣਾ ਚਾਹੀਦਾ। ਇੱਕ ਮੇਰਾ ਅੰਤਿਮ ਸਵਾਲ ਭੁਪਿੰਦਰ ਜੀ ਤੋਂ ਇਹ ਹੈ ਕਿ ਹੁਸ਼ਿਆਰਪੁਰ ਸ਼ਹਿਰ ਦਾ ਜਿਹੜਾ ਦਰਜਾ ਹੈਗਾ ਪੰਜਾਬ ਦੇ ਵਿੱਚ ਨੰਬਰ 1 ਹੈ ਸਾਖਰਤਾ ਦੇ ਮਾਮਲੇ ਦੇ ਵਿੱਚ। ਕੇਰਲਾ ਤੋਂ ਬਾਅਦ ਹੁਸ਼ਿਆਰਪੁਰ ਸ਼ਹਿਰ ਬਹੁਤ ਪੜ੍ਹਿਆ ਲਿਖਿਆ ਸ਼ਹਿਰ ਹੈ। ਇਹਨੇ ਬਹੁਤ IAS IPS ਆਫੀਸਰਸ ਔਰ ਬਹੁਤ ਵਧੀਆ ਰਾਜਨੇਤਾਵਾਂ ਨੂੰ ਜਨਮ ਦਿੱਤਾ ਹੈ। ਮੈਂ ਇਹ ਪੁੱਛਣਾ ਚਾਹੁੰਦਾ ਹੈ ਕਿ ਜਿਹੜੇ ਰਿਟਾਇਰਡ ਸਾਡੇ ਅਧਿਕਾਰੀ ਹੈ ਹੁਸ਼ਿਆਰਪੁਰ ਸ਼ਹਿਰ ਦੇ, ਜਿਹੜੇ ਹੁਸ਼ਿਆਰਪੁਰ ਦੇ ਵਿੱਚ ਵਸੋਂ ਰੱਖਦੇ ਨੇ, ਉਹ ਚਾਹੇ ਡਾਕਟਰ ਹੋਣ, ਉਹ ਚਾਹੇ ਪ੍ਰੋਫੈਸਰ ਹੋਣ, ਉਹ ਚਾਹੇ ਰਾਜਨੀਤਿਕ ਹੋਣ, ਚਾਹੇ ਜੱਜ ਹੋਣ, ਕਿਆ ਰਿਟਾਇਰਡ ਅਧਿਕਾਰੀਆਂ ਦੀਆਂ ਸੇਵਾਵਾਂ ਲਿੱਤੀਆਂ ਜਾਣ ਕਾਰਪੋਰੇਸ਼ਨ ਔਰ ਸ਼ਹਿਰ ਨੂੰ ਹੋਰ ਵਧੀਆ ਬਣਾਉਣ ਲਈ? ਬਿਲਕੁਲ, ਜੇ ਉਹ ਸੇਵਾ ਦੇ ਭਾਵਨਾ ਰੱਖਦੇ ਹੁਣ ਤਾਂ, ਕਿਉਂਕਿ ਰਿਟਾਇਰਡ ਲੋਕ ਬਹੁਤ ਚਾਹੁੰਦੇ ਨੇ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਸਮਾਜ ਦੀ ਸੇਵਾ ਲਈ ਜੁੜੇ ਰਹਿਣ। ਮੇਰਾ ਸਵਾਲ ਇਸੇ ਐਂਗਲ ਲਈ ਸੀਗਾ ਕਿ ਕਿਆ ਉਹਨਾਂ ਦੀਆਂ ਸੇਵਾਵਾਂ ਲਿੱਤੀਆਂ ਜਾਣ, ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇ ਤਾਂ ਕਿ ਉਹ ਆਪਣੇ ਜਿਹੜੇ ਜ਼ਿੰਦਗੀ ਦੇ ਬੜੇ ਵਧੀਆ ਐਕਸਪੀਰੀਅੰਸ ਨੇ ਉਹ ਸ਼ਾਮਿਲ ਕਰਨ ਸ਼ਹਿਰ ਨੂੰ ਵਧੀਆ ਬਣਾਉਣ ਲਈ। ਬਿਲਕੁਲ, ਜੇ ਉਹਨਾਂ ਦੀਆਂ ਸੇਵਾਵਾਂ ਲੈਣੀਆਂ ਤਾਂ ਵਧੀਆ ਹੈ। ਜਿਹੜਾ ਚੰਗੇ ਅਫੀਸਰ ਜਾਂ ਕੁਛ ਵੀ ਆ ਰਹੇ ਆ ਨਾ, ਉਹ ਪਹਿਲਾਂ ਵੀ ਮੈਨੇਜਮੈਂਟ 'ਚੋਂ ਆ ਰਹੇ ਆ, ਉਹਨਾਂ ਨੂੰ ਇਸ ਬਾਰੇ ਗਿਆਨ ਜ਼ਿਆਦਾ ਹੁੰਦਾ ਹੈ, ਇਸ ਕਰਕੇ ਉਹਨਾਂ ਦੀਆਂ ਸੇਵਾਵਾਂ ਜ਼ਰੂਰੀ ਹੈ, ਜੇ ਲਈਆਂ ਜਾਣ ਤਾਂ ਵਧੀਆ ਹੈ। ਇਹ ਸੀ ਭੁਪਿੰਦਰ ਜੀ ਗਰਾਊਂਡ ਜ਼ੀਰੋ ਤੋਂ, ਆਕਾਸ਼ ਕਲੋਨੀ ਤੋਂ। ਮੈਂ ਇਹਨਾਂ ਦਾ ਬਹੁਤ ਬਹੁਤ ਸਵਾਗਤ ਕਰਦਾ ਹਾਂ KBC ਦੇ ਦਰਸ਼ਕਾਂ ਲਈ ਅਤੇ KBC ਦੀ ਟੀਮ ਨੂੰ ਬੜੇ ਵਧੀਆ ਵਿਚਾਰ ਦੇਣ ਲਈ। ਭੁਪਿੰਦਰ ਜੀ ਤੁਹਾਡਾ ਇੱਕ ਵਾਰ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸਰ, ਥੈਂਕ ਯੂ। ਇਹ ਜਿਹੜਾ ਪ੍ਰੋਗਰਾਮ ਹੈ, ਇਹ ਪ੍ਰੋਗਰਾਮ ਵਾਰਡ ਦੇ ਲੋਕਾਂ ਨੂੰ ਔਰ ਕੌਂਸਲਰ ਨੂੰ ਇਕੱਠੇ ਕਰਨ ਦਾ ਹੈ। ਇਸ ਪ੍ਰੋਗਰਾਮ ਦਾ ਮਕਸਦ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਤਾਂ ਕਿ ਸਾਡੇ ਹੋਣ ਵਾਲੇ ਕੌਂਸਲਰਸ ਨੂੰ ਇਹ ਪਤਾ ਲੱਗੇ ਕਿ ਸ਼ਹਿਰ ਦੇ ਜਿਹੜੇ ਲੋਕ ਹੈ ਇਹ ਉਮੀਦਾਂ ਤੁਹਾਡੇ ਉੱਤੇ ਰੱਖਦੇ ਨੇ।
ਪਲੱਸ ਸਾਡੇ ਕੌਂਸਲਰ ਬਹੁਤ ਸਨਮਾਨਿਤ ਨੇ, ਬਹੁਤ ਜਾਣਕਾਰ ਨੇ। ਮੈਂ ਸਿਰਫ ਇੱਕ ਗੱਲ ਹੋਰ ਐਡ ਕਰਨਾ ਚਾਹਾਂਗਾ ਕਿ ਅਸੀਂ ਸ਼ਹਿਰ ਦੇ ਵਾਸੀ ਉਹਨਾਂ ਕੋਲ ਬਹੁਤ ਉਮੀਦ ਕਰ ਰਹੇ ਹਾਂ। ਦੁਨੀਆ ਬਹੁਤ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਅਸੀਂ ਵੀ ਚਾਹਾਂਗੇ ਕਿ ਸਾਡੇ ਕੌਂਸਲਰਸ ਇਸ ਪ੍ਰੋਗਰਾਮ ਨੂੰ ਸੁਣਨ ਤੋਂ ਬਾਅਦ ਇੱਕ ਬਹੁਤ ਵਧੀਆ ਐਟੀਟਿਊਡ ਸ਼ਹਿਰ ਦੇ ਵਿਕਾਸ ਦੇ ਪ੍ਰਤੀ ਰੱਖਣ। ਬਹੁਤ ਬਹੁਤ ਧੰਨਵਾਦ ਹੋਣ ਵਾਲੇ ਕੌਂਸਲਰਸ ਦਾ। ਤੇ KBC ਦੀ ਟੀਮ ਵੱਲੋਂ ਆਕਾਸ਼ ਕਲੋਨੀ ਦੇ ਵਿੱਚ ਅਸੀਂ ਗਰਾਊਂਡ ਜ਼ੀਰੋ ਤੋਂ KBC ਲਈ ਕੌਣ ਬਣੇਗਾ ਕੌਂਸਲਰ ਮਿਊਨਿਸਪਲ ਕਾਰਪੋਰੇਸ਼ਨ ਇਲੈਕਸ਼ਨਸ 2021 ਹੁਸ਼ਿਆਰਪੁਰ, KBC ਵੱਲੋਂ, KBC ਦੀ ਟੀਮ ਵੱਲੋਂ, KBC ਦੇ ਦਰਸ਼ਕਾਂ ਵੱਲੋਂ ਬਹੁਤ ਬਹੁਤ ਨਿੱਘਾ ਸਵਾਗਤ ਕਰਦਾ ਹਾਂ। ਕੀ ਤੁਹਾਡਾ ਸ਼ੁਭ ਨਾਮ ਹੈ ਭਾਜੀ? ਮੇਰਾ ਨਾਮ ਜੀ ਕਮਲਜੀਤ ਸਿੰਘ ਗਰੇਵਾਲ। ਇਹ ਸਾਡੇ ਵਿੱਚ ਨੇ ਸ਼੍ਰੀ ਕਮਲਜੀਤ ਸਿੰਘ ਜੀ ਗਰੇਵਾਲ। ਗਰੇਵਾਲ ਜੀ, ਚੁਣਾਵ ਵੀ ਮਾਹੌਲ ਬਣਨਾ ਸ਼ੁਰੂ ਹੋ ਚੁੱਕਾ ਹੈ। ਵੈਸੇ ਤਾਂ ਸਾਡੇ ਦੇਸ਼ ਦੇ ਵਿੱਚ ਚੁਣਾਵਾਂ ਦਾ ਰੰਗ ਰੰਗਿਆ ਹੀ ਰਹਿੰਦਾ ਹੈ, ਕਦੀ ਲੋਕ ਸਭਾ ਦੇ, ਕਦੀ ਵਿਧਾਨ ਸਭਾ ਦੇ, ਕਦੀ ਕਿਸੇ ਤਰ੍ਹਾਂ ਦੇ ਚੁਣਾਵ ਤੇ ਕਦੀ ਕਿਸੇ ਤਰ੍ਹਾਂ ਦੇ ਚੁਣਾਵ। ਇਹ ਚੁਣਾਵ ਬਹੁਤ ਅਹਿਮ ਹੈ ਸ਼ਹਿਰ ਵਾਸੀਆਂ ਲਈ, ਕਿਉਂਕਿ ਇਹ ਚੁਣਾਵ ਸਿੱਧੀ ਸ਼ਹਿਰ ਦੀ ਡਿਵੈਲਪਮੈਂਟ ਨਾਲ ਰਿਲੇਟਡ ਹੈ। ਗਰੇਵਾਲ ਜੀ, ਮੇਰਾ ਪਹਿਲਾ ਸਵਾਲ ਤੁਹਾਡੇ ਤੋਂ ਇਹ ਹੈ ਕਿ ਕਿਹੋ ਜਿਹਾ ਕੌਂਸਲਰ ਤੁਸੀਂ ਆਪਣੇ ਵਾਰਡ 'ਚ ਦੇਖਣਾ ਚਾਹੋਗੇ? ਅਸੀਂ ਆਪਣੇ ਵਾਰਡ ਦੇ ਵਿੱਚ ਪੜ੍ਹਿਆ ਲਿਖਿਆ ਸੂਝਵਾਨ ਆਦਮੀ ਜਿਹੜਾ ਉੱਥੇ ਜਾ ਕੇ ਆਪਣੇ ਏਰੀਏ ਦੀ ਗੱਲ ਕਰ ਸਕੇ, ਸਾਨੂੰ ਇਹੋ ਜਿਹਾ ਕਾਉਂਸਲਰ ਚਾਹੀਦਾ ਜੀ। ਬਹੁਤ ਵਧੀਆ ਦੱਸਿਆ ਗਰੇਵਾਲ ਜੀ ਨੇ ਕਿ ਕੌਂਸਲਰ 'ਚ ਇੰਨਾ ਭਰੋਸਾ ਹੋਵੇ ਆਪਣੀਆਂ ਵਾਰਡ ਦੀਆਂ ਸਮੱਸਿਆ ਨੂੰ ਕਾਰਪੋਰੇਸ਼ਨ ਦੀ ਟੇਬਲ ਦੇ ਉੱਤੇ ਰੱਖਣ ਲਈ। ਗਰੇਵਾਲ ਜੀ, ਇਹ ਤੋਂ ਇੱਕ ਸਵਾਲ ਹੋਰ ਨਿਕਲ ਕੇ ਆਉਂਦਾ ਹੈ ਕਿ ਕਿਆ ਸਾਡਾ ਕੌਂਸਲਰ ਬਹੁਤ ਪੜ੍ਹਿਆ ਲਿਖਿਆ ਹੋਵੇ ਵਾਰਡ ਦੇ ਵਿੱਚ, ਜਿਹੜਾ ਕਿ ਸਾਡੀਆਂ ਸਮੱਸਿਆਵਾਂ ਨੂੰ ਬਖੂਬੀ ਜਾਣੇ? ਬਿਲਕੁਲ ਜੀ, ਪੜ੍ਹਿਆ ਲਿਖਿਆ ਤਾਂ ਚਾਹੀਦਾ ਹੀ ਹੈ, ਜਿਹੜਾ ਚੰਗੀ ਤਰ੍ਹਾਂ ਸਮਝਦਾ ਹੋਵੇ ਇਸ ਚੀਜ਼ ਨੂੰ, ਵੀ ਕਿਸੇ ਦੀ ਕੀ ਪ੍ਰੋਬਲਮ ਆ, ਕਿੱਦਾਂ ਦੂਰ ਕਰਨੀ ਆ, ਉਹਨੂੰ ਗੱਲ ਕਰਨੀ ਆਉਂਦੀ ਹੋਵੇ। ਨਾ ਵੀ ਪੜ੍ਹਿਆ ਲਿਖਿਆ ਜੋ ਉੱਥੇ ਜਾ ਕੇ ਚੁੱਪ ਕਰਕੇ ਬੈਠ ਜਾਵੇ। ਗਰੇਵਾਲ ਜੀ, ਇਹਦੇ ਵਿੱਚੋਂ ਇੱਕ ਹੋਰ ਸਵਾਲ ਨਿਕਲਦਾ ਹੈ ਕਿ ਕਿਆ ਕੌਂਸਲਰ ਨੂੰ ਆਪਣੇ ਵਾਰਡ ਦੀ ਪੂਰੀ ਮੈਪਿੰਗ ਕਰਨ ਦੇ ਲਈ ਅੱਗੇ ਵਧਣਾ ਚਾਹੀਦਾ ਹੈ, ਔਰ ਮੈਪਿੰਗ ਤੋਂ ਬਾਅਦ ਉਹ ਮੈਪਿੰਗਸ ਆਪਣੇ ਵਾਰਡ ਦੇ ਵਿੱਚ ਵੰਡੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਇੱਥੇ ਨਾਲੀ ਟੁੱਟੀ ਹੈ, ਇੱਥੇ ਸੀਵਰੇਜ ਦੀ ਪ੍ਰੋਬਲਮ ਹੈ, ਇੱਥੇ ਲਾਈਟ ਨਹੀਂ ਹੈ। ਹਾਂਜੀ ਜ਼ਰੂਰ, ਬਿਲਕੁਲ ਚਾਹੀਦੀ। ਮੈਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਮੇਰੇ ਵਾਰਡ ਦੇ ਵਿੱਚ ਕੀ ਕੰਮ ਹੋਣ ਵਾਲੇ ਆ, ਉਹ ਮੈਂ ਕਰਾਉਣੀਆਂ ਕਰਾ ਕੇ ਵੀ ਦੱਸਣ ਵੀ ਅਸੀਂ ਆਹ ਕਰਾਏ ਨੇ। ਇਹ ਜ਼ਰੂਰ ਚਾਹੀਦਾ ਜੀ, ਉਹਨਾਂ ਨੂੰ ਮੈਪਿੰਗ ਕੀਤੀ ਹੋਣੀ ਚਾਹੀਦੀ ਉਹਨਾਂ ਦੀ, ਤਾਂ ਕਿ ਪਤਾ ਲੱਗੇ, ਲੋਕਾਂ ਨੂੰ ਵੀ ਪਤਾ ਲੱਗੇ ਵੀ ਉਹ ਕੀ ਕਰਾ ਰਹੇ ਆ, ਕੀ ਕਰਨ ਵਾਲਾ ਔਰ ਕੀ ਏਰੀਆ ਦੇ ਵਿੱਚ ਕਰਨ ਵਾਲਾ ਡਿਵੈਲਪ ਹੋਣ ਵਾਲਾ ਰਹਿ ਗਿਆ। ਗਰੇਵਾਲ ਜੀ, ਮੇਰਾ ਅਗਲਾ ਸਵਾਲ ਇਹ ਹੈ ਕਿ ਕਾਰਪੋਰੇਸ਼ਨਾਂ ਬਹੁਤ ਸਾਰੇ ਟੈਕਸ ਇਕੱਠੀਆਂ ਕਰਦੀਆਂ ਸਾਡੇ ਕੋਲੋਂ। ਕਾਓ ਸੈਸ ਵੀ ਲੱਗਦਾ ਹੈ ਜਿਸਲੇ ਤੁਸੀਂ ਕੋਈ ਨਵੀਂ ਗੱਡੀ ਜਾਂ 2 ਵੀਲਰ ਖਰੀਦਦੇ ਹੋ, ਪਰੰਤੂ ਜਿਹੜਾ ਸੈਸ ਹੈਗਾ ਉਹਦਾ ਇਸਤੇਮਾਲ ਬਹੁਤ ਬਖੂਬੀ ਢੰਗ ਨਾਲ ਨਹੀਂ ਹੁੰਦਾ। ਅਸੀਂ ਦਿਨ ਦਿਹਾੜੇ ਬੇਜ਼ੁਬਾਨ ਜਾਨਵਰ, ਕੁੱਤੇ, ਗਾਵਾਂ ਔਰ ਬੈਲ ਦੇਖਦੇ ਹਾਂ ਜਿਹੜੇ ਕਿ ਐਕਸੀਡੈਂਟ ਦਾ ਬਹੁਤ ਵੱਡਾ ਕਾਰਨ ਵੀ ਬਣ ਜਾਂਦੇ ਨੇ। ਸਮੱਸਿਆ ਇਹ ਹੈਗੀ ਕਿ ਜਿਹੜਾ ਸੈਸ ਹੈ ਉਹਦਾ ਸਦਉਪਯੋਗ ਨਹੀਂ ਹੁੰਦਾ। ਕਿਆ ਸੁਨੇਹਾ ਦੇਣਾ ਚਾਹੋਗੇ ਤੁਸੀਂ ਕੌਂਸਲਰਸ ਨੂੰ ਕਿ ਸੈਸ ਦਾ ਕਿੱਦਾਂ ਉਪਯੋਗ ਕੀਤਾ ਜਾਵੇ? ਸੈਸ ਦਾ ਸਹੀ ਢੰਗ ਨਾਲ ਉਪਯੋਗ ਹੋਣਾ ਚਾਹੀਦਾ ਜੀ। ਇੱਥੇ ਅਵਾਰਾ ਪਸ਼ੂਆਂ ਦੀ ਬਹੁਤ ਪ੍ਰੋਬਲਮ ਆ, ਕਿਉਂਕਿ ਸਾਰਾ ਦਿਨ ਇੱਥੇ ਸੜਕ ਦੇ ਉੱਪਰ ਘੁੰਮਦੇ ਬੱਚੇ ਘੁੰਮਦੇ ਆ, ਹਰ ਵਕਤ ਉਹਨਾਂ ਤੋਂ ਖਤਰਾ ਰਹਿੰਦਾ। ਇਹਨਾਂ ਲਈ ਗਊਸ਼ਾਲਾ ਚਾਹੀਦੀਆਂ ਬਣਾਉਣੀਆਂ, ਹਰ ਜਗ੍ਹਾ ਉਹਨਾਂ ਨੂੰ ਰੱਖਣ, ਪਰ ਨਹੀਂ, ਉਹ ਗਊਆਂ ਦੀ ਸਮੱਸਿਆ ਉਵੇਂ ਦੀ ਉਵੇਂ। ਸੈਸ ਤਾਂ ਸਰਕਾਰ ਲੈ ਰਹੀ ਆ, ਪਰ ਨਹੀਂ, ਇਹ ਉਵੇਂ ਦਾ ਉਵੇਂ ਘੁੰਮ ਰਿਹਾ ਇਹ ਸਾਰਾ। ਬਹੁਤ ਵਧੀਆ ਦੱਸਿਆ ਕਿ ਸੈਸ ਤਾਂ ਸਰਕਾਰਾਂ ਵੱਲੋਂ ਇਕੱਠੇ ਕੀਤੇ ਜਾ ਰਹੇ ਨੇ, ਪਰੰਤੂ ਉਹਦਾ ਉਨਾ ਸਦਉਪਯੋਗ ਨਹੀਂ ਹੁੰਦਾ ਜਿੰਨਾ ਹੋਣਾ ਚਾਹੀਦਾ ਹੈ। ਗਰੇਵਾਲ ਜੀ, ਮੇਰਾ ਇੱਕ ਸਵਾਲ ਤੁਹਾਡੇ ਤੋਂ ਇਹ ਹੈ ਕਿ ਕਿਆ ਜਿਹੜੇ ਸਾਡੇ 50 ਕੌਂਸਲਰ ਨੇ ਉਹਨਾਂ ਦੇ ਵਿੱਚ ਕੋਈ ਅਵਾਰਡ ਘੋਸ਼ਿਤ ਕੀਤਾ ਜਾਵੇ ਤਾਂ ਕਿ ਉਹ ਕੌਂਸਲਰ ਵੱਧ ਚੜ੍ਹ ਕੇ ਆਪਣੇ ਵਾਰਡ ਦੀ ਡਿਵੈਲਪਮੈਂਟ 'ਚ ਹਿੱਸਾ ਲੈਣ ਤੇ ਬੈਸਟ ਕੌਂਸਲਰ ਆਫ ਦਾ ਈਅਰ ਅਵਾਰਡ ਹਾਸਲ ਕਰਨ? ਬਿਲਕੁਲ ਜੀ, ਅਵਾਰਡ ਤਾਂ ਚਾਹੀਦਾ। ਫਿਰ ਇੱਕ ਦੂਜੇ ਕੰਪੀਟੀਸ਼ਨ ਦੇ ਤੌਰ ਤੇ ਕੰਮ ਕਰਨਗੇ, ਇੱਕ ਦੂਜੇ ਤੋਂ ਵੱਧ ਕੰਮ ਕਰਨਗੇ। ਅਵਾਰਡ ਹੋਊਗਾ ਤਾਂ ਉਹਨਾਂ ਨੂੰ ਵੀ ਹੁੰਦਾ ਵੀ ਅਸੀਂ ਕੰਮ ਕਰੀਏ, ਵੱਧ ਤੋਂ ਵੱਧ ਕੰਮ ਕਰੀਏ, ਤਾਂ ਕਿ ਲੋਕ ਅਵਾਰਡ ਮਿਲੂਗਾ, ਤਾਂ ਕਿ ਅਗਲੇ ਵਾਰ ਵੀ ਉਹਨਾਂ ਨੂੰ ਫਿਰ ਲੋਕ ਪਸੰਦ ਕਰਨ ਲੱਗਦੇ ਆ ਜੀ। ਜੇ ਕੰਮ ਕਰਨਗੇ ਅਵਾਰਡ ਮਿਲੂਗਾ ਤਾਂ ਕੰਮ ਕਰਕੇ ਹੀ ਮਿਲੂਗਾ, ਜੇ ਕੰਮ ਨਹੀਂ ਕਰਨਗੇ ਤਾਂ ਕਿਸੇ ਨੂੰ ਕੀ ਦੇਣਾ ਜੀ। ਗਰੇਵਾਲ ਜੀ ਨੇ ਬਹੁਤ ਵਧੀਆ ਦੱਸਿਆ ਕਿ ਵਾਰਡਾਂ 'ਚ ਕੌਂਸਲਰਾਂ 'ਚ ਆਪਸ 'ਚ ਕੰਪੀਟੀਸ਼ਨ ਹੋਵੇ, ਬੈਸਟ ਵਾਰਡ ਆਫ ਦਾ ਈਅਰ ਅਵਾਰਡ, ਬੈਸਟ ਕੌਂਸਲਰ ਆਫ ਦਾ ਈਅਰ ਅਵਾਰਡ ਦਿੱਤਾ ਜਾਵੇ, ਤਾਂ ਕਿ ਉਹ ਇੱਕ ਖੇਲ ਦੀ ਭਾਵਨਾ ਦੇ ਨਾਲ
ਅੱਗੇ ਵਧਣ, ਸ਼ਹਿਰ ਦਾ ਵਿਕਾਸ ਕਰਨ, ਵਾਰਡ ਦਾ ਵਿਕਾਸ ਕਰਨ। ਗਰੇਵਾਲ ਜੀ, ਮੇਰਾ ਇੱਕ ਸਵਾਲ ਹੋਰ ਹੈ ਕਿ ਜਰਨਲੀ ਕੌਂਸਲਰ ਜਿਹੜੇ ਨੇ ਪੋਲੀਟੀਕਲ ਪਾਰਟੀਆਂ ਟਿਕਟ ਦੇਣ ਤੋਂ ਪਹਿਲਾਂ ਉਹਨਾਂ ਦੇ ਜਿਹੜੇ ਪੋਲੀਟੀਕਲ ਐਕਸਪੀਰੀਅੰਸ ਹੈ ਉਹਨੂੰ ਹੀ ਕਾਊਂਟ ਕਰਦੀ ਹੈ, ਪਰ ਆਉਣ ਵਾਲਾ ਸਮੇਂ ਯੰਗ ਬੰਦਿਆਂ ਦਾ ਸਮੇਂ ਹੈ। ਤੁਸੀਂ ਕਿਆ ਵਕਾਲਤ ਕਰਦੇ ਹੋ ਕਿ ਨਵੇਂ ਚਿਹਰੇ, ਯੰਗ ਚਿਹਰਿਆਂ ਨੂੰ ਮੌਕਾ ਦਿੱਤਾ ਜਾਵੇ ਤਾਂ ਕਿ ਉਹ ਜੋਸ਼ ਦੇ ਨਾਲ ਪੂਰੇ ਵਾਰਡ ਦੀ ਸੇਵਾ ਕਰਨ? ਬਿਲਕੁਲ ਜੀ, ਨਵੇਂ ਚਿਹਰਿਆਂ ਨੂੰ ਮੌਕਾ ਦੇਣਾ ਚਾਹੀਦਾ, ਯੰਗ ਬੰਦਿਆਂ ਨੂੰ ਮੌਕਾ ਦੇਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਕਿੱਦਾਂ ਕੰਮ ਕਰਨੇ, ਕਿੱਦਾਂ ਅੱਗੇ ਕੰਮ ਕਰਾਉਣੇ ਆ। ਕਿਉਂਕਿ ਪੁਰਾਣੇ ਤਾਂ ਕਰਦੇ ਹੀ ਆ, ਜਿਹੜਾ ਉਹਨਾਂ ਦਾ ਚੱਲਦਾ ਕੰਮ, ਨਵਿਆਂ ਨੂੰ ਮੌਕਾ ਦਿੱਤੇ ਤਾਂ ਕਿ ਉਹ ਵੀ ਆਪਣੇ ਐਕਸਪੀਰੀਅੰਸ ਲੈਣ। ਉਹਨਾਂ ਨੂੰ ਜ਼ਰੂਰ ਮੌਕਾ ਦਿੱਤਾ ਜਾਣਾ ਚਾਹੀਦਾ, ਨਵੇਂ ਚਿਹਰੇ ਜ਼ਰੂਰ ਹੋਣੇ ਚਾਹੀਦੇ ਨੇ। ਗਰੇਵਾਲ ਜੀ ਨੇ ਬਹੁਤ ਵਧੀਆ ਦੱਸਿਆ ਕਿ ਸਾਡੇ ਪੁਰਾਣੇ ਕੌਂਸਲਰਾਂ 'ਚ ਜੋਸ਼ ਤਾਂ ਬਹੁਤ ਹੁੰਦਾ ਹੈ, ਪਰੰਤੂ ਹੈਲਥ ਰੀਜ਼ਨਸ ਕਰਕੇ ਕਈ ਵਾਰੀ ਉਨੀ ਮੂਵਮੈਂਟ ਨਹੀਂ ਹੋ ਪਾਉਂਦੀ ਜਿੰਨੀ ਯੰਗ ਕੌਂਸਲਰ ਕਰ ਸਕਦੇ ਨੇ, ਔਰ ਯੰਗ ਕੌਂਸਲਰਾਂ ਨੂੰ ਮੌਕਾ ਦਿੱਤਾ ਜਾਵੇ ਤਾਂ ਕਿ ਉਹ ਜੋਸ਼ ਦੇ ਨਾਲ ਆਪਣੇ ਵਾਰਡ ਦਾ ਵਿਕਾਸ ਕਰ ਸਕਣ। ਗਰੇਵਾਲ ਜੀ, ਮੇਰਾ ਇੱਕ ਸਵਾਲ ਹੋਰ ਇਹ ਹੈ ਕਿ ਜਿਵੇਂ ਸਾਡੇ ਸਮਾਜ ਦੇ ਵਿੱਚ ਮਹਿਲਾਵਾਂ ਅੱਗੇ ਵੱਧ ਚੜ੍ਹ ਕੇ ਕੰਮ ਕਰ ਰਹੀਆਂ ਹੈ, ਵੈਸੇ ਤਾਂ ਇਸ ਸਾਲ ਸਾਡੀ ਕਾਰਪੋਰੇਸ਼ਨ 50% ਫਾਰਮੂਲੇ 'ਤੇ ਚੱਲ ਰਹੀ ਹੈ, 50% ਮਹਿਲਾਵਾਂ ਅਤੇ 50% ਪੁਰਸ਼। ਕਿਆ ਮਹਿਲਾਵਾਂ ਨੂੰ ਕੋਈ ਸਪੈਸ਼ਲ ਜ਼ਿੰਮੇਵਾਰੀ ਲਾਈ ਜਾਵੇ ਤਾਂ ਕਿ ਉਹ ਵੀ ਸਮਾਜ ਦੇ ਡਿਵੈਲਪਮੈਂਟ 'ਚ ਵੱਧ ਚੜ੍ਹ ਕੇ ਹਿੱਸਾ ਲੈਣ? ਬਿਲਕੁਲ ਜੀ, ਮਹਿਲਾਵਾਂ ਦਾ ਵੀ ਪੂਰਾ ਯੋਗਦਾਨ ਹੈ ਜੀ, ਬਰਾਬਰ ਦਾ ਯੋਗਦਾਨ ਆ ਇਹਨਾਂ ਕੰਮਾਂ ਦੇ ਵਿੱਚ। ਉਹਨਾਂ ਨੂੰ ਵੀ ਲੋਕਲ ਸਮੱਸਿਆਵਾਂ ਬਾਰੇ ਜ਼ਿਆਦਾ ਪਤਾ ਹੁੰਦਾ, ਕਿ ਮੁਹੱਲੇ ਦੇ ਵਿੱਚ ਜੋ ਵੀ ਸਮੱਸਿਆ ਉਹਨਾਂ ਨੂੰ ਜ਼ਿਆਦਾ ਇਸ ਬਾਰੇ ਪਤਾ ਹੁੰਦਾ ਉਹਨਾਂ ਨੂੰ, ਇਸ ਕਰਕੇ ਉਹਨਾਂ ਨੂੰ ਵੱਧ ਤੋਂ ਵੱਧ ਮੌਕਾ ਦੇਣਾ ਚਾਹੀਦਾ ਜੀ। ਗਰੇਵਾਲ ਜੀ, ਮੇਰਾ ਅੰਤਿਮ ਪ੍ਰਸ਼ਨ ਤੁਹਾਡੇ ਤੋਂ ਇਹ ਹੈ ਕਿ ਜਿਸ ਤਰ੍ਹਾਂ ਆਪਾਂ ਸ਼ਹਿਰ ਦੇ ਵਿੱਚ ਦੇਖਦੇ ਹਾਂ ਕਿ ਕੁਝ ਵਾਰਡ ਫਾਈਨੈਂਸ਼ੀਅਲੀ ਉੱਥੇ ਦੇ ਰੈਜ਼ੀਡੈਂਟਸ ਜ਼ਿਆਦਾ ਮਜ਼ਬੂਤ ਨੇ ਫਾਈਨੈਂਸ਼ੀਅਲੀ, ਉਹ ਆਪਣੇ ਸਹਿਯੋਗ ਦੇ ਨਾਲ ਗੇਟ, ਚੌਕੀਦਾਰ, ਲਾਈਟਾਂ, ਸੜਕਾਂ ਦਾ ਇੰਤਜ਼ਾਮਾਤ ਕਰ ਲੈਂਦੇ ਨੇ, ਔਰ ਕੁਝ ਸਾਡੇ ਜਿਹੜੇ ਵਾਰਡ ਹੈ ਉਹ ਫਾਈਨੈਂਸ਼ੀਅਲੀ ਉਨੇ ਮਜ਼ਬੂਤ ਨਹੀਂ ਹੈ। ਕਿਆ ਇਹੋ ਜਿਹੇ ਵਾਰਡਾਂ ਨੂੰ ਕਾਰਪੋਰੇਸ਼ਨ ਕੋਈ ਸਪੈਸ਼ਲ ਮਦਦ ਦੇਵੇ ਤਾਂ ਕਿ ਸ਼ਹਿਰ ਦੇ ਵਿੱਚ ਇੱਕ ਬੈਲੈਂਸ ਡਿਵੈਲਪਮੈਂਟ ਹੋ ਸਕੇ ਹਰ ਵਾਰਡ ਦੀ? ਬਿਲਕੁਲ ਜੀ, ਜਿਸ ਵਾਰਡ ਦੇ ਵਿੱਚ ਨਹੀਂ ਹੈ ਫਾਈਨੈਂਸ਼ੀਅਲ ਪ੍ਰੋਬਲਮ ਹੈ, ਉੱਥੇ ਵੱਧ ਮੌਕਾ ਦਿੱਤਾ ਜਾਣਾ ਚਾਹੀਦਾ, ਉਹਨਾਂ ਨੂੰ ਵੱਧ ਫਾਈਨੈਂਸ਼ੀਅਲ ਮਦਦ ਕਰਨੀ ਚਾਹੀਦੀ ਆ ਤਾਂ ਕਿ ਉਹਦਾ ਵੀ ਦੂਸਰੇ ਵਾਰਡਾਂ ਇਹਨਾਂ ਬਰਾਬਰ ਦਾ ਡਿਵੈਲਪਮੈਂਟ ਹੋ ਸਕੇ। ਗਰੇਵਾਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। KBC ਦੇ ਦਰਸ਼ਕਾਂ ਵੱਲੋਂ ਤੇ KBC ਦੀ ਪੂਰੀ ਟੀਮ ਵੱਲੋਂ ਮੈਂ ਗਰੇਵਾਲ ਜੀ ਦਾ ਬਹੁਤ ਬਹੁਤ ਸਵਾਗਤ ਕਰਦਾ ਹਾਂ। ਗਰੇਵਾਲ ਜੀ, ਥੈਂਕ ਯੂ ਵੈਰੀ ਮਚ ਫॉर telling your views on KBC कौन बनेगा काउंसलर म्यूनसिपल कॉर्पोरेशन इलेक्शंस 2021 ਹੁਸ਼ਿਆਰਪੁਰ। ਵੈਲਕਮ ਦਵਿੰਦਰ ਜੀ, ਮੈਂ ਗਰਾਊਂਡ ਜ਼ੀਰੋ ਤੋਂ ਆਕਾਸ਼ ਕਲੋਨੀ ਤੋਂ ਬੋਲ ਰਿਹਾ ਹਾਂ। ਸਾਡੇ ਸਾਹਮਣੇ ਨੇ ਆਰਮੀ ਤੋਂ ਰਿਟਾਇਰਡ ਪਰਸਨ ਸੂਬੇਦਾਰ ਮੇਜਰ ਦਵਿੰਦਰ ਸਿੰਘ ਜੀ। ਦਵਿੰਦਰ ਸਿੰਘ ਜੀ, ਤੁਹਾਡਾ KBC ਦੇ ਉੱਤੇ ਬਹੁਤ ਬਹੁਤ ਸਵਾਗਤ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਜਿਹੜੇ ਕਿ ਤੁਸੀਂ ਸਾਡੇ ਮਹੱਲੇ ਵਿੱਚ ਆਏ ਆ। ਤੁਸੀਂ ਸਾਡੇ ਮਹੱਲੇ ਦੀ ਪ੍ਰੋਬਲਮ ਸੁਣਨ ਵਾਸਤੇ ਆਏ ਆ, ਤੁਹਾਡਾ ਅਸੀਂ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੇ ਹਾਂ ਸ਼੍ਰੀਮਾਨ ਜੀ। ਇਹ ਸਾਡੇ ਵਿੱਚ ਨੇ ਸੂਬੇਦਾਰ ਮੇਜਰ ਦਵਿੰਦਰ ਸਿੰਘ ਜੀ। ਦਵਿੰਦਰ ਸਿੰਘ ਜੀ, ਪਹਿਲਾ ਸਵਾਲ ਤੁਹਾਡੇ ਤੋਂ ਇਹ ਹੈ ਕਿ ਤੁਸੀਂ ਆਰਮੀ ਦੀ ਬੈਕਗਰਾਊਂਡ ਤੋਂ ਹੈਗੇ ਨੇ, ਔਰ ਅਸੀਂ ਜਰਨਲੀ ਇਹ ਦੇਖਿਆ ਗਿਆ ਹੈ ਕਿ ਸਾਡਾ ਜਿਹੜਾ ਯੂਥ ਹੈ ਉਹ ਨਸ਼ੇ ਦੇ ਵਿੱਚ ਧੱਸਦਾ ਜਾ ਰਿਹਾ ਹੈ। ਕਿਆ ਜਿਹੜੀ ਸਾਡੀ ਕਾਰਪੋਰੇਸ਼ਨ ਹੈ ਇਹਦੇ ਵਿੱਚ ਆਰਮੀ ਪਰਸਨ, ਰਿਟਾਇਰਡ ਆਰਮੀ ਪਰਸਨ ਜਾਂ ਸਪੋਰਟਸ ਪਰਸਨ ਦਾ ਕੋਈ ਕੋਟਾ ਨਿਰਧਾਰਿਤ ਹੋਵੇ ਤਾਂ ਕਿ ਉਹਨਾਂ ਦੇ ਐਕਸਪੀਰੀਅੰਸਾਂ ਦਾ ਪੂਰਾ ਅਸੀਂ ਇਸਤੇਮਾਲ ਕਰ ਸਕੀਏ ਔਰ ਉਹ ਵਿਕਾਸ, ਸ਼ਹਿਰ ਦੇ ਵਿਕਾਸ ਦੇ ਵਿੱਚ ਯੋਗਦਾਨ ਦੇਣ? ਤੁਹਾਡਾ ਮੈਂ ਬਿਲਕੁਲ ਇਸ ਕੁਐਸਚਨ ਨਾਲ ਸਹਿਮਤ ਹਾਂ, ਕਿਉਂਕਿ ਅੱਜ ਕੱਲ੍ਹ ਦਾ ਜੋ ਵੀ ਦੌਰ ਚੱਲ ਰਿਹਾ, ਤੁਹਾਨੂੰ ਖੁਦ ਪਤਾ ਹੈ ਕਿ ਨਸ਼ਾ ਕਿੰਨਾ ਬੀਤ ਚੁੱਕਾ ਸਾਡੇ ਪਰਿਵਾਰ, ਸਾਡੇ ਸ਼ਹਿਰਾਂ ਦੇ ਵਿੱਚ, ਸਾਡੇ ਘਰਾਂ ਦੇ ਵਿੱਚ। ਜਵਾਨੀ ਇੰਨੀ ਕਿ ਖਰਾਬ ਹੋ ਗਈ ਆ ਕਿ ਸਾਡੇ ਬੱਚੇ ਜਿਹੜੇ ਆ ਦਿਨ ਬਨ ਦਿਨ ਮੌਤਾਂ ਦੇ ਘਾਟ ਉਤਰ ਰਹੇ ਆ। ਜੇ ਸਾਡੇ ਕਾਰਪੋਰੇਸ਼ਨ ਦੇ ਵਿੱਚ ਜਿਸ ਤਰ੍ਹਾਂ ਕਿ ਸਾਡੇ ਹੁਣ ਇੱਕ ਜੀਓ ਚੱਲ ਰਹੀ ਹੈ ਆਰਮੀ ਦੇ ਐਕਸ ਅਫਸਰ GCOs ORs, ਉਹਨਾਂ ਨੂੰ ਜੇ ਡਿਊਟੀ ਵਿੱਚ ਜੇ 100 ਬੰਦਾ ਉਹਦੇ ਵਿੱਚ 20 ਬੰਦੇ ਵੀ ਆਰਮੀ ਦੇ ਰੱਖੇ ਜਾਣ ਤਾਂ ਉਹ ਇਸ ਚੀਜ਼ ਨੂੰ ਕਾਫੀ ਕਵਰ ਕਰ ਸਕਦੇ ਆ। ਪਰ ਮਜਬੂਰੀ ਦੇ ਨਾਲ ਸ਼ੁਕਰੀਆ, ਕਿਉਂਕਿ ਸਾਡੀ ਜਿਹੜੀ ਆ ਗੌਰਮੈਂਟ ਆ ਉਸ ਚੀਜ਼ ਨੂੰ ਅਪਾ ਨਹੀਂ ਕਰ ਰਹੀ। ਮੈਂ ਕਹਿ ਜ਼ਰੂਰ ਦਿੰਦੇ ਆ ਜੀ ਅਸੀਂ ਨਸ਼ਾ ਛੁਡਾਵਾਂਗੇ, ਅਸੀਂ ਇਹ ਕਰਾਂਗੇ, ਪਰ ਕੋਈ ਵੀ ਇਸ ਚੀਜ਼ ਉੱਪਰ ਗੌਰ ਨਹੀਂ ਕਰ ਰਿਹਾ। ਸਾਡੇ ਬੱਚੇ ਜਿਹੜੇ ਆ ਮੌਤ ਦੇ ਘਾਟ ਉਤਰ ਰਹੇ ਆ।
ਮੈਂ ਤਾਂ ਗਵਰਨਮੈਂਟ ਨੂੰ ਇਹੀ ਕਹੂੰਗਾ ਕਿ ਜਿਹੜਾ ਨਸ਼ਾ ਆ ਉਹ ਵੱਧ ਤੋਂ ਵੱਧ ਬੰਦ ਕੀਤਾ ਜਾਵੇ। ਇਹ ਬਲਵਿੰਦਰ ਜੀ ਨੇ ਬਹੁਤ ਵਧੀਆ ਸੂਬੇਦਾਰ ਜੀ ਨੇ ਬਹੁਤ ਵਧੀਆ ਸਾਨੂੰ ਦੱਸਿਆ ਕਿ ਜਿਹੜੀ ਆ ਨਸ਼ੇ ਦੇ ਉੱਤੇ ਪੂਰਨ ਰੋਕਥਾਮ ਲਾਈ ਜਾਵੇ ਔਰ ਜਿਹੜੇ ਰਿਟਾਇਰਡ ਆਰਮੀ ਪਰਸਨ ਹੈ ਉਹਨਾਂ ਦਾ ਸਹਿਯੋਗ ਲਿੱਤਾ ਜਾਵੇ ਇਸ ਕੰਮ ਨੂੰ ਸਿਰੇ ਚੜ੍ਹਾਉਣ ਲਈ। ਇਹਦੇ ਵਿੱਚੋਂ ਸੂਬੇਦਾਰ ਜੀ ਇੱਕ ਸਵਾਲ ਹੋਰ ਨਿਕਲ ਕੇ ਆਂਦਾ ਹੈ ਕਿ ਕਿਆ ਸ਼ਹਿਰ ਦੇ ਵਿੱਚ ਸਾਡਾ ਜਿਹੜਾ ਸ਼ਹਿਰ ਹੈਗਾ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹਨੇ ਬਹੁਤ IAS IPS ਆਫੀਸਰਸ ਨੂੰ ਜਨਮ ਦਿੱਤਾ ਹੈ, ਬੜੇ ਵਧੀਆ ਰਾਜਨੇਤਾ ਇੱਥੋਂ ਨਿਕਲੇ ਨੇ। ਕਿ ਕਿਆ ਜਿਹੜੇ ਸਾਡੇ ਸ਼ਹਿਰ ਦੇ ਰਿਟਾਇਰਡ ਅਧਿਕਾਰੀ, ਜੱਜ, ਡਾਕਟਰ, ਪ੍ਰੋਫੈਸਰ, ਵਕੀਲ, ਤੁਹਾਡੇ ਵਰਗੇ ਆਰਮੀ ਪਰਸਨਲ ਬੈਕਗਰਾਊਂਡ ਦੇ ਲੋਕ, ਕਿਆ ਇਹਨਾਂ ਦੀਆਂ ਸੇਵਾਵਾਂ ਲਿੱਤੀਆਂ ਜਾਣ ਸ਼ਹਿਰ ਨੂੰ ਹੋਰ ਸੁੰਦਰ ਬਣਾਉਣ ਦੇ ਲਈ? ਬਿਲਕੁਲ ਜੀ, ਮੈਂ ਇਸ ਗੱਲ ਨਾਲ ਸਹਿਮਤ ਹਾਂ। ਜਿਸ ਤਰ੍ਹਾਂ ਕਿ ਸਾਡੇ ਆਰਡੀਨਰੀ ਜਨਰਲ ਸਾਹਿਬ ਹੈ, ਬ੍ਰਿਗੇਡੀਅਰ ਸਾਹਿਬ ਹੈ, ਵਕੀਲ ਸਾਹਿਬ ਹੈ, ਜੱਜਸ ਹੈ, ਜੇ ਇਹਨਾਂ ਦੀ ਇੱਕ ਮੀਟਿੰਗ ਕੀਤੀ ਜਾਵੇ, ਸਾਰਿਆਂ ਨੂੰ ਇੱਕ ਥਾਂ ਇਕੱਠੇ ਕੀਤਾ ਜਾਵੇ ਔਰ ਉਹਨਾਂ ਦੀ ਸਲਾਹ ਲਈ ਜਾਵੇ ਵੀ ਕੀ ਆਪਾਂ ਨੂੰ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਕੀ ਸਾਨੂੰ ਕਰਨਾ ਚਾਹੀਦਾ। ਇੱਕ ਸੁਝਾਅ ਲਵਾਂਗੇ, ਉਹਦੇ ਨਾਲ 100 ਸੁਝਾਅ ਇਕੱਠਾ ਹੋ ਜਾਂਦਾ। 100 ਦੇ ਵਿੱਚੋਂ ਜੇ ਅਸੀਂ 50 ਸੁਝਾਅ ਵੀ ਅਸੀਂ ਹੁਸ਼ਿਆਰਪੁਰ ਦੇ ਵਿੱਚ ਲਾਵਾਂਗੇ ਤਾਂ ਸਾਡਾ ਹੁਸ਼ਿਆਰਪੁਰ ਬਹੁਤ ਇੱਕ ਸੁੰਦਰ ਸੋਹਣਾ ਸ਼ਹਿਰ ਬਣ ਸਕਦਾ ਆ। ਬਲਵਿੰਦਰ ਜੀ ਨੇ ਬਹੁਤ ਬਖੂਬੀ ਦੱਸਿਆ ਕਿ ਜਿਵੇਂ ਅਸੀਂ ਆਰਮੀ ਕੈਂਟਸ ਦੇਖਦੇ ਹਾਂ, ਮੇਰਠ ਕੈਂਟ, ਜਲੰਧਰ ਕੈਂਟ ਕਿੰਨੇ ਵਧੀਆ ਸੋਹਣੇ ਢੰਗ ਦੇ ਨਾਲ ਮੇਨਟੇਨ ਕੀਤੀਆਂ ਗਈਆਂ ਹਾਂ, ਅਸੀਂ ਉਹਨਾਂ ਦੇ ਸੁਝਾਅ ਲਈਏ ਔਰ ਉਹ ਸੁਝਾਵਾਂ ਨੂੰ ਕਾਰਪੋਰੇਸ਼ਨ ਨੂੰ ਦਸੀਏ, ਕੌਂਸਲਰਸ ਨੂੰ ਦਸੀਏ ਤਾਂ ਕਿ ਸਾਡਾ ਸ਼ਹਿਰ ਹੋਰ ਵਧੀਆ ਬਣੇ, ਤਰੱਕੀ ਦੀ ਰਾਹ 'ਤੇ ਜਾਵੇ। ਮੇਜਰ ਸਾਹਿਬ, ਮੇਰਾ ਇੱਕ ਸਵਾਲ ਤੁਹਾਡੇ ਤੋਂ ਇਹਦੇ ਵਿੱਚ ਹੋਰ ਨਿਕਲ ਕੇ ਆਂਦਾ ਹੈ ਕਿ ਕਿਆ ਜਿਹੜੀ ਸਾਡੀ ਆਰਮੀ ਹੈ ਉਹ ਸ਼ਹਿਰਾਂ ਨੂੰ ਸੁੰਦਰ ਬਣਾਉਣ ਦੇ ਲਈ ਕੋਈ ਆਪਣੀ ਟੈਕਨੀਕਲ ਸਪੋਰਟ ਦੇ ਸਕਦੀ ਹੈ ਜਾਂ ਕੋਈ ਫੰਡ ਮੁਹੱਈਆ ਕਰਾ ਸਕਦੀ ਹੈ ਜਾਂ ਕੋਈ ਇਹੋ ਜਿਹਾ ਉਪਰਾਲਾ ਕਰ ਸਕਦੀ ਹੈ ਕਿ ਜਿਹੜੇ ਸਾਡੇ ਸ਼ਹਿਰ ਨੇ, ਖਾਸ ਕਰ ਜਿਹੜੇ ਵਾਰਡ ਸਾਡੇ ਗੰਦੇ ਵਾਰਡ ਨੇ, ਉਹਨਾਂ ਨੂੰ ਸਾਫ਼ ਸੁਥਰਾ ਬਣਾਇਆ ਜਾਵੇ? ਬਿਲਕੁਲ ਜੀ, ਜਿਸ ਤਰ੍ਹਾਂ ਕਿ ਹੁਣ ਮੈਂ ਆਪਣੇ ਆਕਾਸ਼ ਕਲੋਨੀ ਦੀ ਗੱਲ ਕਰਾਂ, ਇਸ ਆਕਾਸ਼ ਕਲੋਨੀ ਦੇ ਵਿੱਚ ਰਿਟਾਇਰਡ ਆਰਮੀ ਅਫਸਰ ਹੈ, ਰਿਟਾਇਰਡ ਪੁਲਿਸ ਅਫਸਰ ਹੈ, ਠੀਕ ਹੈ ਜੀ, ਔਰ ਮੁਲਾਜ਼ਮ ਇੱਕ ਚੰਗੇ ਨਿਯੁਕਤੇ ਦੇ ਬੈਠੇ ਆ। ਜੇ ਉਹ ਸਾਰੇ ਇਕੱਠੇ ਹੋ ਕੇ ਜੇ ਮਹੀਨੇ ਦਾ 100 ਰੁਪਇਆ ਵੀ ਇਕੱਠਾ ਕਰਨ ਕਮੇਟੀ ਵਾਸਤੇ, ਤੇ ਸਾਡੀ ਆਕਾਸ਼ ਕਲੋਨੀ ਦੀ ਜਿਹੜੀ ਕੰਮ ਨਹੀਂ ਹੋ ਰਿਹਾ, ਅਸੀਂ ਉਹਨੂੰ ਇਕੱਠਾ ਕਰਕੇ, ਅਸੀਂ ਜਿਸ ਤਰ੍ਹਾਂ ਇੱਕ ਸਫਾਈ ਵਾਲਾ ਆ, ਅਸੀਂ ਸਫਾਈ ਵਾਸਤੇ ਇੱਕ ਬੰਦਾ ਰੱਖਿਆ, ਉਹਨੂੰ 50 ਰੁਪਏ ਅਸੀਂ ਦੇ ਰਹੇ ਹਾਂ ਇੱਕ ਬੰਦੇ ਨੂੰ। ਕਈ ਪਰਿਵਾਰ ਇੱਦਾਂ ਦੇ ਕਿ ਉਹਨੂੰ 50 ਰੁਪਏ ਦੇਣ ਦੇ ਵੀ ਹੱਕਦਾਰ ਨਹੀਂ, ਉਹ ਵਿਚਾਰੇ ਉਹ ਕਹਿੰਦੇ ਵੀ ਅਸੀਂ ਦਈਏ ਕਿੱਥੋਂ, ਸਾਡੇ ਕੋਲ ਖਰਚ ਨਹੀਂ ਆ। ਪਰ ਅਸੀਂ ਇਹ ਕਹਿੰਦੇ ਹਾਂ ਕਿ ਜੇ ਸਾਡੇ ਕਮੇਟੀ ਦੇ ਵਿੱਚ 20 ਬੰਦੇ ਵੀ ਇਕੱਠੇ ਹੁੰਦੇ ਆ ਤੇ ਜੇ 100 ਰੁਪਇਆ ਵੀ ਮਹੀਨੇ ਦਾ ਇਕੱਠਾ ਹੁੰਦਾ ਤੇ 2000 ਰੁਪਈਆ, 2000 ਦੇ ਨਾਲ ਅਸੀਂ ਮਹੱਲੇ ਦੀ ਚੌਕੀਦਾਰ ਵੀ ਰੱਖ ਸਕਦੇ ਹਾਂ, ਸਫਾਈ ਵਾਲਾ ਵੀ ਰੱਖ ਸਕਦੇ ਹਾਂ। ਜੇ ਇੱਕ ਪਰਿਵਾਰ ਇੱਕ ਨੂੰ ਵੀ ਕਹਿ ਦੇ ਠੀਕ ਹੈ ਜੀ ਮੈਨੂੰ 500 ਰੁਪਇਆ ਦੇ ਰਿਹਾ ਤੇ ਸਾਡਾ ਏਰੀਆ ਜਿਹੜਾ ਆ ਬਹੁਤ ਸੁੰਦਰ ਬਣ ਸਕਦਾ ਹੈ, ਹੋ ਸਭ ਕੁਝ ਸਕਦਾ, ਪਰ ਸਾਨੂੰ ਗਵਰਨਮੈਂਟ ਨਾਲ ਸਾਥ ਦੇਣਾ ਚਾਹੀਦਾ। ਬਹੁਤ ਵਧੀਆ ਦੱਸਿਆ ਮੇਜਰ ਜੀ ਨੇ, ਸੂਬੇਦਾਰ ਜੀ ਨੇ, ਕਿ ਅਗਰ ਲੋਕ ਇਕੱਠੇ ਹੋ ਜਾਣ ਤਾਂ ਉਹਨਾਂ ਨੂੰ ਕਾਰਪੋਰੇਸ਼ਨ, ਕੌਂਸਲਰਸ ਦੇ ਵੱਲ ਜ਼ਿਆਦਾ ਦੇਖਣਾ ਨਹੀਂ ਪਊਗਾ। ਆਪਣੀ ਕੰਟਰੀਬਿਊਸ਼ਨ, ਸਮਾਜਿਕ ਕੰਟਰੀਬਿਊਸ਼ਨ ਦੇ ਨਾਲ ਆਪਣੇ ਵਾਰਡ ਨੂੰ ਉਹ ਕਿਤੋਂ ਤੋਂ ਕਿਤੋਂ ਅੱਗੇ ਲੈ ਕੇ ਜਾ ਸਕਦੇ ਨੇ। ਮੇਰਾ ਅੰਤਿਮ ਸਵਾਲ ਸਰ ਜੀ ਤੁਹਾਡੇ ਕੋਲ ਇਹ ਹੈਗਾ ਕਿ ਜਿਵੇਂ ਹਿਸਾਬ ਕਿਤਾਬ ਬਹੁਤ ਵਧੀ ਜਾ ਰਹੇ ਨੇ, ਅਬ ਟਰਾਂਸਪੇਰੈਂਸੀ ਵੱਧ ਰਹੀ ਹੈ ਸਾਡੇ ਸਮਾਜ ਦੇ ਵਿੱਚ, ਸਰਕਾਰਾਂ ਨੂੰ ਨੌਕਰੀਆਂ ਵਾਲਿਆਂ ਦੀ ਆਮਦਨਾਂ ਦਾ ਪੂਰਾ ਹਿਸਾਬ ਹੈ, ਵਪਾਰੀ ਦੀ ਆਮਦਨ ਦਾ ਪੂਰਾ ਹਿਸਾਬ ਹੈ। ਕਿਆ ਵਾਰਡ ਵਾਈਜ਼ ਲੋਕਾਂ ਨੂੰ ਵੀ ਅੱਜ ਟਾਈਮ ਨਹੀਂ ਆ ਗਿਆ ਕਿ ਵਾਰਡ ਨੂੰ ਕਿੰਨਾ ਪੈਸਾ ਮਿਲਦਾ ਹੈ ਉਹਦਾ ਹਿਸਾਬ ਰੱਖਿਆ ਜਾਵੇ ਔਰ ਵਾਰਡ ਨੂੰ ਦਿੱਤਾ ਜਾਵੇ? ਬਿਲਕੁਲ ਜੀ, ਇਹ ਗੱਲ ਥੋੜੀ ਦੁਰਸਤ ਹੈ। ਜਿਸ ਤਰ੍ਹਾਂ ਕਿ ਆਕਾਸ਼ ਕਲੋਨੀ ਨੂੰ ਸਪੋਜ਼ ਕਿ 5000 ਰੁਪਇਆ ਇਸ਼ੂ ਹੋਇਆ, ਉਸ 5000 ਰੁਪਏ ਦਾ ਵਾਰਡ ਨੂੰ ਪਤਾ ਦੱਸਣਾ ਚਾਹੀਦਾ ਕਿ ਮੇਰਾ 5000 ਰੁਪਇਆ, 1000 ਰੁਪਇਆ ਮੈਂ ਇਸ ਗਲੀ 'ਚ ਲਾਤਾ, 1000 ਰੁਪਇਆ ਇਸ ਗਲੀ ਲਾਤਾ। ਪਰ ਵਾਰਡ ਵਾਲੇ ਨੂੰ ਕੁਛ ਨਹੀਂ ਪਤਾ ਹੁੰਦਾ ਕਿੰਨਾ ਪੈਸਾ ਆਇਆ ਕਿੰਨਾ ਨਹੀਂ। ਉਹ ਵਿਚਾਰੇ ਕਿਲਕਦੇ ਰਹਿੰਦੇ ਆ ਵੀ ਸਾਡੀ ਗਲੀ ਖਰਾਬ ਆ, ਸਾਡੀ ਗਲੀਆਂ 4 ਇੱਟਾਂ ਲਾ ਦਿਓ ਜਾਂ ਸਾਡਾ ਸੀਵਰੇਜ ਖਰਾਬ ਹੋਇਆ। ਉਹ ਮੱਲੇ ਵਾਲੇ ਰੌਲੀ ਪਾਉਂਦੇ ਰਹਿੰਦੇ ਆ, ਬਟ ਉਹਦੀ ਕੋਈ ਸੁਣਾਈ ਨਹੀਂ ਹੁੰਦੀ। ਆਪ ਤੁਸੀਂ ਜਾ ਕੇ ਕੋਸ਼ਿਸ਼ ਕਰਕੇ ਪੈਸੇ ਦੇ ਕੇ ਆਪ ਠੀਕ ਕਰਾ ਲਓ ਤੇ ਕਰਾ ਲਓ, ਅਦਰਵਾਈਜ਼ ਨਹੀਂ ਤਾਂ ਕੋਈ ਦੂਜਾ ਨਹੀਂ ਹੋ ਰਿਹਾ। ਬਹੁਤ ਵਧੀਆ ਦੱਸਿਆ ਕਿ ਜਿਹੜੇ ਸਾਡੇ ਕੌਂਸਲਸ ਹੈ, ਕਾਰਪੋਰੇਸ਼ਨਸ ਹੈ, ਇੱਕ ਜਵਾਬ ਦਿੰਦੀਆਂ ਕਿ ਜੀ ਕਾਰਪੋਰੇਸ਼ਨ ਕੋ ਫੰਡ ਨਹੀਂ ਹੈ, ਜਾਂ ਜਿਹੜਾ ਰਸੂਖਦਾਰ ਬੰਦਾ ਹੈਗਾ ਉਹ ਆਪਣੀ ਮਿਹਨਤ ਨਾਲ ਜਾ ਕੇ ਪੈਚ ਉਡਾ ਲੈਂਦਾ ਹੈ, ਆਪਣੀ ਗਲੀ ਨੂੰ, ਆਪਣੇ ਏਰੀਏ ਨੂੰ ਠੀਕ ਕਰਾ ਲੈਂਦਾ ਹੈ। ਪਰ ਆਮ ਜਨਤਾ
ਵਿਕਾਸ ਤੋਂ ਬਹੁਤ ਦੂਰ ਹੈ, ਕਿਉਂਕਿ ਕੌਂਸਲਰਸ ਔਰ ਆਮ ਜਨਤਾ ਦੇ ਵਿੱਚ ਬਹੁਤ ਗੈਪ ਹੈ। ਕੌਂਸਲਰਸ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਬਹੁਤ ਜਿਹੜੀ ਹੈ ਇੱਕ ਅਨੋਖੇ ਢੰਗ ਦੇ ਨਾਲ ਫਿਕਸ ਨਹੀਂ ਹੁੰਦੀ। ਆਪਣੀ ਜ਼ਿੰਮੇਵਾਰੀ ਤੋਂ ਕਦੀ ਨਾ ਕਦੀ ਕਿਤੇ ਨਾ ਕਿਤੇ ਕੌਂਸਲਰ ਬਚ ਜਾਂਦੇ ਨੇ। ਸਾਹਿਬ ਨੇ ਬਹੁਤ ਵਧੀਆ ਜਵਾਬ ਦਿੱਤਾ ਕਿ ਜ਼ਿੰਮੇਵਾਰੀ ਨੂੰ ਤੈਅ ਕਰਨ ਦੇ ਲਈ ਕੋਈ ਨਾ ਕੋਈ ਇਹੋ ਜਿਹਾ ਪ੍ਰੋਗਰਾਮ ਚਲਾਇਆ ਜਾਵੇ ਜਿੱਥੇ ਕਿ ਆਮ ਜਨਤਾ ਨੂੰ ਵੀ ਪਤਾ ਲੱਗੇ ਕਿ ਆਕਾਸ਼ ਕਲੋਨੀ ਲਈ ਕਿੰਨਾ ਪੈਸਾ ਆਇਆ ਸੀ ਔਰ ਕਿਹੜਾ ਕੰਮ ਉਸ ਪੈਸੇ ਦੇ ਵਿੱਚੋਂ ਨਿਕਲਿਆ। ਮੈਂ ਸੂਬੇਦਾਰ ਸਾਹਿਬ ਜੀ ਦਾ KBC ਦੀ ਟੀਮ ਵੱਲੋਂ KBC ਵੱਲੋਂ ਬਹੁਤ ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਨਿਡਰਤਾ ਦੇ ਨਾਲ ਬਹੁਤ ਹੀ ਸੁੰਦਰ ਵਿਚਾਰ ਦਿੱਤੇ ਕਿ ਲੋਕ ਇਕੱਠੇ ਹੋਣ, ਲੋਕ ਮਿਲਣ, ਆਪਣੇ ਆਪ ਵਾਰਡ ਸ਼ਹਿਰ ਦਾ ਵਿਕਾਸ ਹੋ ਜਾਏਗਾ। ਮੇਜਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ KBC ਦੇ ਦਰਸ਼ਕਾਂ ਨੂੰ ਵਿਚਾਰ ਦੇਣ। ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਹਾਡੀ ਟੀਮ ਦਾ, ਪੂਰੇ ਚੈਨਲ ਦਾ। ਮੈਂ ਬਹੁਤ ਦਿਲੋਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਅਸੀਂ ਤੁਹਾਡੇ ਸਾਰਿਆਂ ਦੇ ਸੱਜਣਾਂ ਦੇ। ਬਹੁਤ ਵੈਲਕਮ, ਮੋਸਟ ਵੈਲਕਮ ਜੀ ਆਕਾਸ਼ ਕਲੋਨੀ ਵੱਲੋਂ ਤੁਹਾਨੂੰ ਥੈਂਕ ਯੂ ਵੈਰੀ ਮਚ। थैंक यू जी वंस अगेन फॉर KBC। कौन बनेगा काउंसलर म्यूनसिपल कॉर्पोरेशन इलेक्शंस 2021 होशियारपुर। चुनावी माहौल शुरू हो चुका है। पनेसर जी किहो जिहा काउंसलर तुसीं अपने वार्ड 'च देखना चाहोगे? देखो जी काउंसलर की तो गल इस तरह की आ भई थोड़ा एजुकेट होना चाहिए है जी। बाकी पूरे मुहल्ले का उन्होंने एक एक गली का अपनी का जिथे नाल संबंधित है ਉਹਨੂੰ ਆਪਣੇ ਬਾਰੇ ਪੂਰਾ ਪਤਾ ਹੋਣਾ ਚਾਹੀਦਾ ਭਈ ਲੋਕਾਂ ਦੀਆਂ ਸ਼ਿਕਾਇਤਾਂ ਕੀ ਨੇ, ਕਿਸ ਤਰ੍ਹਾਂ ਦੀਆਂ ਹਨ, ਬਿਜਲੀ, ਰੋਡ, ਗਲੀਆਂ ਕੱਚੀਆਂ ਪੱਕੀਆਂ, ਸਾਰਾ ਖਿਆਲ ਰੱਖਣਾ ਚਾਹੀਦਾ ਉਹਨੂੰ। ਬਾਕੀ ਦੂਸਰੀ ਗੱਲ ਇੱਦਾਂ ਹੈਗੀ ਆ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਉਹਨੂੰ ਸਾਰੇ ਮੁਹੱਲਿਆਂ ਦਾ ਮਤਲਬ ਆਪਣੇ ਏਰੀਏ ਦਾ ਸੁਣਨਾ ਚਾਹੀਦਾ ਉਹਨੂੰ ਸ਼ਿਕਾਇਤਾਂ ਸਾਰਿਆਂ ਦੀਆਂ। ਇਹ ਨਹੀਂ ਹੋਵੇ ਵੀ ਪਾਰਟੀਬਾਜ਼ੀ ਉਹਦੀ ਉਹ ਆ ਉਹਦੀ ਉਹ ਆ। ਜ਼ਿਆਦਾਤਰ ਕਿ ਅੱਜ ਕੱਲ੍ਹ ਇਹੀ ਦੇਖਿਆ ਗਿਆ ਹੈ ਮਤਲਬ ਜਿੱਦਾਂ ਹੁਣ ਮੁਹੱਲੇ 'ਚ ਇਹ ਫਲਾਨੀ ਗਲੀ ਦੇ ਆਦਮੀ ਉਹਦੇ ਨਾਲ ਸੰਬੰਧਿਤ ਹੈ, ਉਹਦੇ ਨਾਲ ਸੰਬੰਧਿਤ ਹੈ। ਉਹਨੂੰ ਚਾਹੀਦਾ ਸਿਰਫ ਇੱਕ ਜਿੱਦਾਂ ਰਾਜਾ ਹੀ ਹੁੰਦਾ ਹੈ ਨਾ, ਪਰਜਾ ਦਾ ਖਿਆਲ ਰੱਖਣਾ ਚਾਹੀਦਾ ਉਹਨੂੰ ਆਪਣੇ ਏਰੀਏ ਦੀ ਦਾ ਹੈ ਨਾ। ਬਹੁਤ ਵਧੀਆ ਦੱਸਿਆ ਪਨੇਸਰ ਜੀ ਨੇ ਕਿ ਕੌਂਸਲਰ ਨੂੰ ਆਪਣੇ ਜਿਹੜੇ ਰਾਜਨੀਤਿਕ ਹਿੱਤ ਹੈਗੇ ਆ ਉਹਦੇ ਤੋਂ ਉੱਠ ਕੇ ਪੂਰੇ ਵਾਰਡ ਦੇ ਵਿਕਾਸ ਦੇ ਲਈ ਪੂਰੇ ਵਾਰਡ ਦੇ ਜਿਹੜੇ ਰੈਜ਼ੀਡੈਂਟਸ ਹੈ ਉਹਨਾਂ ਨੂੰ ਆਪਣਾ ਇੱਕ ਪਰਿਵਾਰ ਮੰਨਣਾ ਚਾਹੀਦਾ ਹੈ ਔਰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਵਾਰਡ ਦੇ ਹਰ ਬਛਿੰਦੇ ਦਾ ਕੰਮ ਕੀਤਾ ਜਾਵੇ ਔਰ ਵਾਰਡ ਦੇ ਵਿੱਚ ਜਿਹੜੇ ਵਿਕਾਸ ਦੇ ਕੰਮ ਰੁਕੇ ਹੋਏ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ। ਸਰ ਇਹਦੇ ਵਿੱਚੋਂ ਪਨੇਸਰ ਜੀ ਇੱਕ ਸਵਾਲ ਹੋਰ ਨਿਕਲ ਕੇ ਆਂਦਾ ਹੈ ਕਿ ਜਨਤਾ ਹੀ ਰਾਜਾ ਹੈ, ਅਸਲੀ ਕਿੰਗ ਮੇਕਰ ਜਨਤਾ ਹੈ ਜੀ ਡੈਮੋਕ੍ਰੇਸੀ ਦੇ ਵਿੱਚ। ਜੀ ਕਈ ਵਾਰੀ ਕਈ ਚੈਨਲਾਂ ਤੇ ਦਿਖਾਇਆ ਜਾਂਦਾ ਹੈ ਕਿ ਫਲਾਨਾ ਬੰਦਾ ਕਿੰਗ ਮੇਕਰ ਹੈ, ਫਲਾਨਾ ਬੰਦਾ ਕਿੰਗ ਮੇਕਰ ਹੈ। ਜੀ ਅਸਲ ਕਿੰਗ ਮੇਕਰ ਜਨਤਾ ਹੈ। ਜੀ ਜਨਤਾ ਜਾਗਰੂਕ ਹੋਵੇ, ਜਨਤਾ ਆਪਣੇ ਹੱਕਾਂ ਨੂੰ ਕੌਂਸਲਰਾਂ ਤੋਂ ਮੰਗੇ ਤੇ ਕਦੀ ਕੌਂਸਲਰ ਉਹ ਹੱਕਾਂ ਨੂੰ ਪਿੱਛੇ ਨਹੀਂ ਸਿੱਟ ਸਕਦਾ। ਜੀ ਇੱਕ ਸਵਾਲ ਹੋਰ ਨਿਕਲ ਕੇ ਆਂਦਾ ਹੈ ਹਾਂਜੀ ਕਿ ਇਹ ਲੋਕਤੰਤਰ ਦੀ ਪਹਿਲੀ ਪੌੜੀ ਹੈ। ਕਿਆ ਜਿਹੜੇ ਕੌਂਸਲਰ ਹੈ ਉਹਨਾਂ ਨੂੰ ਵਾਰਡ ਦੀ ਚਿੰਤਾ ਜ਼ਿਆਦਾ ਹੋਣੀ ਚਾਹੀਦੀ ਹੈ ਜਾਂ ਆਪਣੇ ਰਾਜਨੀਤਿਕ ਕੈਰੀਅਰ ਦੀ ਚਿੰਤਾ ਹੋਣੀ ਚਾਹੀਦੀ ਹੈ? ਇਹ ਨਹੀਂ ਜੀ, ਇਹ ਗੱਲ ਗਲਤ ਹੈ। ਉਹਨੂੰ ਪੂਰੇ ਆਪਣੇ ਵਾਰਡ ਦੀ ਆਪਣੇ ਏਰੀਏ ਦਾ ਪੂਰਾ ਪਤਾ ਹੋਣਾ ਚਾਹੀਦਾ ਕਿਉਂ ਸ਼ੁਰੂਆਤ ਹੀ ਇੱਥੋਂ ਹੁੰਦੀ ਆ ਰਾਜਨੀਤੀ। ਯਾਨੀ ਇਹ ਤਾਂ ਮੁੱਢਲਾ ਪੜਾਅ ਇਹ ਆ ਇੱਕ ਮਿਊਨਿਸਪਲ ਕਾਉਂਸਲਰ ਜਾਂ ਸਰਪੰਚ ਲੈ ਲਓ ਹੈ ਨਾ ਜੀ ਹਾਂ ਪਿੰਡਾਂ ਦਾ, ਜੀ ਹਾਂ। ਇੱਥੋਂ ਸ਼ੁਰੂ ਹੁੰਦੀ ਆ। ਹੌਲੀ ਹੌਲੀ ਇੱਥੋਂ ਫਿਰ ਉੱਪਰ ਚੜ੍ਹ ਸਕਦਾ ਉਹ ਅਗਰ ਜੇ ਉਹਦੇ ਖਿਆਲਾਤ ਕੰਮ ਕਰਨੇ ਦਾ ਤਰੀਕਾ ਵਧੀਆ ਹੋਵੇ ਤਾਂ ਇੱਥੋਂ ਉੱਪਰ ਵੀ ਜਾ ਸਕਦਾ। ਜਦੋਂ MLA ਹੈ ਉਸ ਤੋਂ ਉੱਪਰ MP, ਉਸ ਤੋਂ ਉੱਪਰ ਮਿਨਿਸਟਰੀ ਤੱਕ ਇੱਥੋਂ ਹੀ ਪਹੁੰਚਣਾ ਉਹਨੇ ਜੇ ਉਹਦੇ ਖਿਆਲ ਕੰਮ ਕਰਨੇ ਦੇ ਸਹੀ ਹੋਣ। ਇੱਥੋਂ ਹੀ ਆਪਣੇ ਏਰੀਏ ਦੀ ਜਨਤਾ ਨੇ ਉਹਨੂੰ ਉੱਪਰ ਕਰਨਾ। ਬਹੁਤ ਵਧੀਆ ਦੱਸਿਆ ਜਸਬੀਰ ਜੀ ਨੇ ਕਿ ਆਪਣੇ ਰਾਜਨੀਤਿਕ ਭਵਿੱਖ ਨੂੰ ਇੰਨਾ ਸੋਚੇ ਨਾ, ਜਨਤਾ ਦਾ ਕੰਮ ਕਰੇ। ਇਹ ਜਨਤਾ ਹੀ ਹੈ, ਇਹ ਜਿਹੜਾ ਪਾਏਦਾਨ ਹੈ ਜਿੱਥੇ ਪਹਿਲੀ ਪੌੜੀ ਹੈ ਜਿਹੜੀ ਕੌਂਸਲਰਸ ਦੀ, ਇਹ 'ਤੇ ਜਨਤਾ ਹੀ ਪੈਰ ਅੱਗੇ ਪਾਉਂਦੀ ਹੈ ਔਰ ਜਨਤਾ ਹੀ ਇਸ ਕੌਂਸਲਰ ਨੂੰ ਧੁਰ ਤੱਕ ਲੈ ਜਾ ਸਕਦੀ ਹੈ ਜੇ ਕੌਂਸਲਰ ਆਪਣੇ ਵਾਰਡ ਦੇ ਪ੍ਰਤੀ ਡੈਡੀਕੇਟਡ ਹੋਵੇ। ਮੇਰਾ ਅਗਲਾ ਸਵਾਲ ਇਹ ਜਸਬੀਰ ਜੀ ਇਹ ਹੈਗਾ ਕਿ ਕੁਝ ਵਾਰਡਾਂ ਦੇ ਵਿੱਚ ਫਾਈਨੈਂਸ਼ੀਅਲੀ ਲੋਕ ਜ਼ਿਆਦਾ ਵਧੀਆ ਨੇ, ਉਹ ਆਪਣੀ ਪਰਸਨਲ ਕੰਟਰੀਬਿਊਸ਼ਨ ਦੇ ਕਾਰਨ ਵਾਰਡਾਂ ਦੇ ਵਿੱਚ ਗੇਟ, ਵਾਰਡਾਂ ਦੇ ਵਿੱਚ ਬਿਜਲੀ, ਲਾਈਟ, ਪਾਣੀ, ਚੌਕੀਦਾਰ ਦਾ ਇੰਤਜ਼ਾਮ ਕਰ ਲੈਂਦੇ ਨੇ ਤੇ ਕੁਝ ਵਾਰਡ ਫਾਈਨੈਂਸ਼ੀਅਲੀ ਉਨੇ ਸਟਰੋਂਗ ਨਹੀਂ ਹੈ।
ਤੁਸੀਂ ਕਾਰਪੋਰੇਸ਼ਨ ਨੂੰ ਜਾਂ ਕੌਂਸਲਰਸ ਨੂੰ ਕਿਹੋ ਜਿਹਾ ਸੁਨੇਹਾ ਦੇਣਾ ਚਾਹੋਗੇ ਕਿ ਇਹੋ ਜਿਹੇ ਵਾਰਡਾਂ ਦਾ ਉਹ ਕਿੱਦਾਂ ਧਿਆਨ ਰੱਖਣ? ਦੇਖੋ ਜੀ, ਗੱਲ ਤਾਂ ਇਦਾਂ ਹੈਗੀ ਆ, ਜਿਹੜੇ ਫਾਈਨੈਂਸ਼ੀਅਲ ਤੌਰ ਤੇ ਤਕੜੇ ਨੇ ਲੋਕ ਆਪਣੇ ਆਪਣੇ ਏਰੀਏ ਦੇ, ਆਪਣੇ ਆਪਣੇ ਵਾਰਡ ਦੇ, ਉਹ ਤਾਂ ਖੁਦ ਵੀ ਕਲੈਕਟ ਕਰਕੇ ਕਰ ਲੈਂਦੇ ਸਭ ਕੁਝ। ਜੀ ਹਾਂ। ਤੇ ਐਮਸੀ ਨੂੰ ਤਾਂ ਜਿੱਦਾਂ ਹੁਣ ਗਰੀਬ ਏਰੀਏ ਬਹੁਤ ਆ, ਜੀ ਹਾਂ। ਨਹੀਂ ਅਫੋਰਡ ਕਰਦੇ ਫਾਈਨੈਂਸ਼ੀਅਲ, ਹੈ ਨਾ, ਤੇ ਥੋੜੀ ਦੇਰ ਉਹਨੂੰ ਇੰਤਜ਼ਾਰ ਵੀ ਕਰਨਾ ਚਾਹੀਦਾ, ਕਿਉਂ ਇਹ ਤਾਂ ਗਵਰਨਮੈਂਟ ਦਾ ਪ੍ਰੋਸੈਸ ਹੈ। ਅੱਜ ਬਿੱਲ ਦਿੱਤਾ, ਇੰਨੇ ਕੰਮ ਦਾ ਕਾਫੀ ਟਾਈਮ ਲੱਗ ਜਾਂਦਾ ਆਣੇ ਨੂੰ, ਤੇ ਲੋਕੀ ਹੋ ਜਾਂਦੇ ਕਾਹਲੇ ਜ਼ਿਆਦਾ। ਬਾਕੀ ਇਹ ਗੱਲ ਠੀਕ ਹੈ, ਖਿਆਲ ਤਾਂ ਇਹਨੂੰ ਰੱਖਣਾ ਹੀ ਚਾਹੀਦਾ। ਕੋਈ ਸਪੈਸ਼ਲ ਕਾਰਪੋਰੇਸ਼ਨ ਏਡ ਦੇਵੇ ਉਹਨਾਂ ਵਾਰਡਾਂ ਨੂੰ ਉੱਪਰ ਚੱਕਣ ਦੇ ਲਈ? ਹਾਂ, ਚਾਹੀਦਾ, ਦੇਣੀ ਚਾਹੀਦੀ ਏਡ ਉਹਨਾਂ ਨੂੰ। ਜਸਬੀਰ ਜੀ ਨੇ ਦੱਸਿਆ ਕਿ ਸਪੈਸ਼ਲ ਏਡ ਮਿਲਣੀ ਚਾਹੀਦੀ ਹੈ ਤਾਂ ਕਿ ਜਿਹੜਾ ਸਾਡਾ ਸ਼ਹਿਰ ਦਾ, ਸਾਡੇ ਵਾਰਡਾਂ ਦਾ ਇੱਕਸਾਰ ਵਿਕਾਸ ਹੋ ਸਕੇ। ਜਸਬੀਰ ਜੀ, ਮੇਰਾ ਅਗਲਾ ਸਵਾਲ ਤੁਹਾਡੇ ਤੋਂ ਇਹ ਹੈ ਕਿ ਕਿਆ ਆਉਣ ਵਾਲੇ ਟਾਈਮ 'ਚ ਜਿਹੜੇ ਵਧੀਆ ਬਜ਼ੁਰਗ ਰਿਟਾਇਰਡ ਅਫਸਰ ਨੇ, ਬੈਂਕ ਅਧਿਕਾਰੀ ਨੇ, ਡਾਕਟਰ ਨੇ, ਪ੍ਰੋਫੈਸਰ ਨੇ, ਵਕੀਲ ਨੇ, ਜੱਜ ਨੇ, ਉਹਨਾਂ ਦੀਆਂ ਸੇਵਾਵਾਂ ਲਈਆਂ ਜਾਣ ਤਾਂ ਕਿ ਸ਼ਹਿਰ ਨੂੰ ਹੋਰ ਵਧੀਆ ਬਣਾਇਆ ਜਾ ਸਕੇ? ਕਿਉਂਕਿ ਹੁਸ਼ਿਆਰਪੁਰ ਸ਼ਹਿਰ ਨੇ ਬੜੇ ਹੀ ਵਧੀਆ ਬੰਦਿਆਂ ਨੂੰ ਜਨਮ ਦਿੱਤਾ ਹੈ। ਬੰਦਿਆਂ ਨੂੰ ਬਹੁਤ ਵਧੀਆ ਨੂੰ ਦਿੱਤਾ ਜਨਮ ਜੀ। ਸਭ ਤੋਂ ਪਹਿਲੀ ਤਾਂ ਗੱਲ ਇੱਦਾਂ, ਯੂਥ ਨੂੰ ਵੀ ਮੋਹਰੇ ਆਉਣਾ ਚਾਹੀਦਾ। ਕੁਛ ਇਹਨਾਂ ਦੇ ਵਿੱਚੋਂ ਪਲੇਅਰ ਨੂੰ ਦੇਣੀਆਂ ਚਾਹੀਦੀਆਂ ਨੇ ਸੀਟਾਂ, ਟਿਕਟਾਂ, ਹੈ ਕਿਉਂ ਪਲੇਅਰ ਵਾਸਤੇ ਕਈ ਜਗ੍ਹਾ ਗਰਾਊਂਡਾਂ ਨਹੀਂ, ਕਈ ਵਾਰਡ ਇਸ ਤਰ੍ਹਾਂ ਦੇ ਆ ਉੱਥੇ ਤਾਂ ਖੜੇ ਹੋਣ ਨੂੰ ਜਗ੍ਹਾ ਹੀ ਨਹੀਂ, ਤੇ ਗਰਾਊਂਡ ਕੀ ਬਣਨੀ, ਤਾਂ ਬੱਚਿਆਂ ਦਾ ਗਾਹ ਕਿਸ ਤਰ੍ਹਾਂ ਹੋਊਗਾ ਵਿਕਾਸ, ਇਹ ਵੀ ਬਹੁਤ ਮੁਸ਼ਕਲ ਹੈ। ਇਸ ਕਰਕੇ ਪਲੇਅਰ ਨੂੰ ਵੀ ਵਿੱਚ ਐਮਸੀ ਦੇ ਇਲੈਕਸ਼ਨ ਵਾਸਤੇ ਆਉਣਾ ਚਾਹੀਦਾ, ਟਿਕਟ ਦੇਣੀ ਚਾਹੀਦੀ ਪਾਰਟੀ ਬਾਜੀ ਨੂੰ, ਹੈ ਨਾ। ਜਸਬੀਰ ਜੀ ਨੇ ਬਹੁਤ ਵਧੀਆ ਢੰਗ ਨਾਲ ਦੱਸਿਆ ਕਿ ਰਿਟਾਇਰਡ ਲੋਕਾਂ ਦੀਆਂ ਸੇਵਾਵਾਂ ਲੈਂਦੇ ਸਾਨੂੰ ਜਿਹੜਾ ਯੰਗ ਹੈਗਾ ਉਹਨੂੰ ਵੀ ਓਪਰਚੁਨਿਟੀ ਦੇਣੀ ਚਾਹੀਦੀ ਹੈ। ਜਸਬੀਰ ਜੀ, ਤੁਹਾਡੇ ਹੀ ਇੱਕ ਆਨਸਰ ਦੇ ਵਿੱਚੋਂ ਸਵਾਲ ਨਿਕਲ ਕੇ ਆਉਂਦਾ ਹੈ ਕਿ ਸਾਡੇ ਵਾਰਡ 'ਚ 50, ਸਾਡੇ ਕਾਰਪੋਰੇਸ਼ਨ 'ਚ 50 ਵਾਰਡ ਨੇ, ਕਿਆ ਕੁਛ ਵਾਰਡਾਂ 'ਚ ਸਪੋਰਟਸ ਕੋਟਾ ਨਿਰਧਾਰਿਤ ਕੀਤਾ ਜਾਵੇ ਤਾਂ ਕਿ ਜਿਹੜੇ ਸਪੋਰਟਸਮੈਨ ਕੌਂਸਲਰ ਨਿਕਲਣ ਔਰ ਜਿਹੜੀ ਵੱਧਦੀ ਨਸ਼ਾ ਦੀ ਆਦਤ ਹੈਗੀ ਹੈ ਤੇ ਉਹਨੂੰ ਲਗਾਮ ਲਾਈ ਜਾਵੇ ਤੇ ਯੂਥ ਨੂੰ ਸਪੋਰਟਸ ਵੱਲ ਪ੍ਰੇਰਿਤ ਕੀਤਾ ਜਾਵੇ? ਹਾਂ ਜੀ, ਠੀਕ ਹੈ, ਇਹ ਵੀ ਗੱਲ ਤੁਹਾਡੀ। ਸਪੋਰਟ ਕੋਟੇ ਦੇ ਵਿੱਚੋਂ ਦੇਣਾ ਚਾਹੀਦਾ ਇਹਨਾਂ ਨੂੰ, ਮਤਲਬ ਰਿਟਾਇਰ ਜਿਹੜਾ ਕੋਈ ਵੀ ਕਰਮਚਾਰੀ ਰਿਟਾਇਰ ਹੈ, ਇਹਦੇ ਨਾਲ ਕੁਛ ਨਾ ਕੁਛ ਏਜ ਲਿਮਿਟ ਵੀ ਚਾਹੀਦੀ ਆ। ਇਹ ਨਾਲ 70-80 ਸਾਲ ਤੋਂ ਬਾਅਦ ਤਾਂ ਜਿਸ ਤਰ੍ਹਾਂ ਕਹਿੰਦੇ ਆ, ਇੰਨਾ ਫਿਰ ਉਹ ਨਹੀਂ, ਹੁਸ਼ਿਆਰੀ ਨਹੀਂ ਆਦੀ ਬੰਦੇ ਨੂੰ। ਜਸਬੀਰ ਜੀ ਨੇ ਬਹੁਤ ਵਧੀਆ ਦੱਸਿਆ ਕਿ ਜਿਹੜੀ ਏਜ ਲਿਮਿਟ ਹੈ ਉਹਦਾ ਵੀ ਧਿਆਨ ਰੱਖਿਆ ਜਾਵੇ। ਜਸਬੀਰ ਜੀ, ਇੱਕ ਛੋਟਾ ਜਿਹਾ ਸਵਾਲ ਇਹਦੇ ਵਿੱਚ ਹੋਰ ਨਿਕਲ ਕੇ ਆਉਂਦਾ ਹੈ ਕਿ ਸਾਡੇ ਕੌਂਸਲਰਸ ਹੋ ਸਕਦਾ ਹੈ ਪੋਲੀਟੀਕਲੀ ਤਾਂ ਬਹੁਤ ਜ਼ਿਆਦਾ ਅਵੇਅਰ ਹੋਣ, ਪੋਲੀਟੀਕਲ ਕੈਲਕੂਲੇਸ਼ਨਸ, ਪੋਲੀਟੀਕਲ ਬਿਹੇਵੀਅਰ ਦੇ ਉੱਤੇ ਉਹਨਾਂ ਨੂੰ ਬਹੁਤ ਜ਼ਿਆਦਾ ਗਿਆਨ ਹੋਵੇ, ਪਰੰਤੂ ਵਾਰਡ ਦੀਆਂ ਜਿਹੜੀਆਂ ਟੈਕਨੀਕਲ ਸਮੱਸਿਆਵਾਂ ਹੈਗੀਆਂ ਜਾਂ ਉਹਨਾਂ ਦੀਆਂ ਟੈਕਨੀਕਲ ਸਮੱਸਿਆਵਾਂ ਨੂੰ ਕਿੱਦਾਂ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਅੱਗੇ ਚੱਕਿਆ ਜਾਵੇ, ਸ਼ਾਇਦ ਉਹਨਾਂ ਨੂੰ ਉਨਾ ਗਿਆਨ ਨਾ ਹੋਵੇ। ਕਿਆ ਸਾਡੀ ਕਾਰਪੋਰੇਸ਼ਨ ਨੂੰ ਇਹੋ ਜਿਹੇ ਕੌਂਸਲਰਸ ਨੂੰ ਕੋਈ ਕਲਾਸਾਂ ਅਟੈਂਡ ਕਰਨ ਦਾ ਇੰਤਜ਼ਾਮਾਤ ਕੀਤੇ ਜਾਣ ਤਾਂ ਕਿ ਉਹ ਆਪਣੇ ਵਾਰਡ ਦੀਆਂ ਸਮੱਸਿਆਵਾਂ ਨੂੰ ਇਫੈਕਟਿਵ ਢੰਗ ਨਾਲ ਚੱਕਣ ਦੇ ਲਈ ਪਰਿਪੱਕ ਹੋ ਜਾਣ? ਚਾਹੀਦਾ ਇਸ ਤਰ੍ਹਾਂ ਹੀ ਆ ਭਈ, ਵਾਰਡ ਦੀ ਟਿਕਟ ਦੇਣ ਤੋਂ ਪਹਿਲਾਂ ਉਹਨਾਂ ਦੀ ਜਿਹੜਾ ਹੁਣ ਟੈਕਨੀਕਲੀ ਥੋੜ੍ਹੇ ਉਹਨਾਂ ਨੂੰ ਟ੍ਰੇਨਿੰਗ ਦੇਣੀ ਚਾਹੀਦੀ ਆ, ਕਿ ਉਹ ਬਣ ਤਾਂ ਜਾਂਦੇ ਨੇ ਪਬਲਿਕ ਦੇ ਸਹਿਯੋਗ ਦੇ ਨਾਲ, ਲੇਕਿਨ ਟੈਕਨੀਕਲੀ ਉਹ ਉਹਨੇ ਐਕਸਪਰਟ ਨਹੀਂ ਹੁੰਦੇ ਜਿੰਨਾ ਹੋਣਾ ਚਾਹੀਦਾ। ਕੋਈ ਜ਼ਿਆਦਾਤਰ ਕੰਮ ਜਿਹੜਾ ਕੰਸਟਰਕਸ਼ਨ ਦੇ ਤੌਰ 'ਤੇ ਨੇ, ਉਹਦਾ ਵੀ ਉਹਨੂੰ ਗਿਆਨ ਹੋਣਾ ਚਾਹੀਦਾ। ਜਾਂ ਫਿਰ ਕਮੇਟੀ ਬਣਾਵੜੇ ਆਪਣੇ ਵਾਰਡ ਦੀ ਅਲੱਗ-ਅਲੱਗ ਮਹੱਲਿਆਂ ਦੇ ਵਿੱਚੋਂ ਲੈ ਕੇ ਬੰਦੇ 5-4 ਕਮੇਟੀ ਲਾਵੇ, ਜਾਂ ਫਿਰ ਉਹਨੂੰ ਉਹ ਮਦਦ ਕਰਨ ਭਈ ਤੁਸੀਂ ਇਸ ਤਰ੍ਹਾਂ ਕਰੋ, ਇਸ ਤਰ੍ਹਾਂ ਕਰੋ, ਜਿੱਦਾਂ ਐਡਵਾਈਜ਼ਰ ਰੱਖਦੇ ਹੀ ਆਮ ਤੌਰ 'ਤੇ ਇਸ ਤਰ੍ਹਾਂ ਰੱਖ ਲੈਣੇ ਚਾਹੀਦੇ, ਆਪਣੀ ਮਰਜ਼ੀ ਨਹੀਂ ਕਰਨੀ ਚਾਹੀਦੀ ਉਹਨੂੰ। ਬਹੁਤ ਵਧੀਆ ਦੱਸਿਆ ਜਸਬੀਰ ਜੀ ਨੇ ਕਿ ਜਿਹੜਾ ਕਾਉਂਸਲਰ ਹੈਗਾ ਉਹਨੂੰ ਫੁੱਲੀ ਆਪਣੇ ਵਾਰਡ 'ਚ ਲੋਕਾਂ ਨੂੰ ਵੀ ਇਨਵੋਲਵ ਕਰਨਾ ਚਾਹੀਦਾ ਹੈ ਜਿਹੜੇ ਟੈਕਨੀਕਲ ਕੰਮ ਕਰਨੇ ਹੈ। ਕਈ ਵਾਰੀ ਅਸੀਂ ਦੇਖਿਆ ਪਾਣੀ ਖੜ ਜਾਂਦਾ ਹੈ, ਕਿਸੇ ਨੂੰ ਨਹੀਂ ਪਤਾ ਕਿ ਇਹਦੇ ਵਿੱਚ ਕਿੰਨਾ ਇੰਚ ਦਾ ਪਾਈਪ ਪਿਆ ਹੈ ਔਰ ਕਿੰਨੇ ਇੰਚ ਦੀ ਪਾਈਪ ਦੀ ਜ਼ਰੂਰਤ ਹੈ। ਟੈਕਨੀਕਲੀ ਸਾਡੇ ਜਿਹੜੇ ਕਾਉਂਸਲਰਸ ਹੈ ਫੁੱਲੀ ਇਕਵਿਪਡ ਹੋਣ, ਵਾਰਡ ਦੇ ਲੋਕ ਮੋਢੇ ਨਾਲ ਮੋਢਾ ਮਿਲਾ ਕੇ ਚੱਲਣ ਤਾਂ ਕਿ ਵਿਕਾਸ ਦੀਆਂ ਜਿਹੜੀਆਂ ਨਵੀਆਂ ਉਚਾਈਆਂ ਉਹਨੂੰ ਹਾਸਲ ਕੀਤਾ ਜਾਵੇ। ਜਸਬੀਰ ਜੀ, ਮੈਂ KBC ਦੀ ਟੀਮ ਵੱਲੋਂ ਔਰ KBC ਵੱਲੋਂ ਤੁਹਾਡਾ ਬਹੁਤ ਧੰਨਵਾਦੀ ਹਾਂ। ਵਨਸ ਅਗੇਨ थैंक यू वेरी मच फॉर टेलिंग योर व्यूज़ टू KBC। कौन बनेगा काउंसलर म्यूनसिपल कॉरपोरेशन इलैक्शंस 2021 ਹੁਸ਼ਿਆਰਪੁਰ। ਓਕੇ ਜੀ, ਥੈਂਕ ਯੂ ਵੈਰੀ ਮਚ। ਸਾਡੇ ਵਿੱਚ ਨੇ ਸਰ, ਤੁਹਾਡਾ ਕੀ ਸ਼ੁਭ ਨਾਮ ਜੀ? ਵਾਸੁਦੇਵ ਗੁਪਤਾ। ਸਾਡੇ ਵਿੱਚ ਨੇ ਸ਼੍ਰੀ ਵਾਸੁਦੇਵ ਗੁਪਤਾ ਜੀ। ਵਾਸੁਦੇਵ ਗੁਪਤਾ ਜੀ, ਤੁਹਾਡਾ
KBC ਦੇ ਉੱਤੇ KBC ਦੇ ਦਰਸ਼ਕਾਂ ਵੱਲੋਂ ਬਹੁਤ ਬਹੁਤ ਧੰਨਵਾਦ। ਵਾਸੁਦੇਵ ਗੁਪਤਾ ਜੀ, ਕਿਹੋ ਜਿਹਾ ਕੌਂਸਲਰ ਤੁਸੀਂ ਦੇਖਣਾ ਚਾਹੋਗੇ ਆਪਣੇ ਵਾਰਡ ਦੇ ਵਿੱਚ? ਅਸੀਂ ਤਾਂ ਵਾਰਡ ਦੇ ਵਿੱਚ ਇਹੋ ਜਿਹਾ ਕੌਂਸਲਰ ਦੇਖਣਾ ਚਾਹਾਂਗੇ ਜਿਹੜਾ ਕਿ ਸਾਫ ਸਫਾਈ ਔਰ ਆਪਣਾ ਇਹ ਏਰੀਏ ਦਾ ਜਿਹੜਾ ਡਿਵੈਲਪਮੈਂਟ ਕਰ ਸਕੇ, ਔਰ ਜਿਹੜਾ ਕਿ ਸਾਫ ਸੁਥਰਾ ਰੱਖਣ ਦੇ ਵਿੱਚ, ਔਰ ਜਿਸ ਤਰੀਕੇ ਨਾਲ ਅਸੀਂ ਆਪਣੇ 409 ਦੇ ਅੱਗੇ ਇਹ ਮਿਊਨਿਸਪਲ ਕਮੇਟੀ ਵੱਲੋਂ ਇਹ ਆਪਣਾ ਮਨਜ਼ੂਰੀ ਦੇ ਬਦੌਲਤ ਇਹ ਸਾਰੀ ਸਾਫ ਸਫਾਈ ਔਰ ਬੂਟਿਆਂ ਦੇ ਨਾਲ ਇਹ ਹਵਾ ਦਾ ਪ੍ਰੀਕਾਸ਼ਨ ਵੀ ਇਹ ਸਾਰਾ ਕੁਝ ਦੇਖਦੇ ਹੋਏ ਰੱਖਿਆ ਹੋਇਆ ਹੈ। ਇਸੇ ਤਰੀਕੇ ਦੇ ਨਾਲ ਇਹ ਜਿਹੜੀ ਹੈਗੀ ਆ ਉਹਦਾ ਧਿਆਨ ਰੱਖਿਆ ਜਾਵੇ। ਬਹੁਤ ਵਧੀਆ ਦੱਸਿਆ ਗੁਪਤਾ ਜੀ ਨੇ ਕਿ PPL 409 ਦੇ ਬਾਹਰ ਕਿੱਦਾਂ ਇਹਨਾਂ ਨੇ ਕਾਰਪੋਰੇਸ਼ਨ ਦੀ ਮਨਜ਼ੂਰੀ ਤੋਂ ਬਾਅਦ ਸਾਫ ਸਫਾਈ ਰੱਖੀ ਹੈ, ਬੂਟਿਆਂ ਦਾ ਇੰਤਜ਼ਾਮ ਕੀਤਾ ਹੈ। ਇਹਨੂੰ ਦੇਖ ਕੇ ਸਾਡੇ ਜਿਹੜੇ ਕਾਰਪੋਰੇਸ਼ਨ ਦੇ ਇਲੈਕਸ਼ਨ ਲੜਨ ਵਾਲੇ ਚਾਹਵਾਨ ਕੈਂਡੀਡੇਟ ਨੇ ਪ੍ਰੇਰਨਾ ਲੈਣ ਤੇ ਸਾਰੇ ਸ਼ਹਿਰ ਨੂੰ ਇਹੋ ਜਿਹਾ ਬਣਾਉਣ ਦੀ ਕੋਸ਼ਿਸ਼ ਕਰਨ। ਗੁਪਤਾ ਜੀ, ਮੇਰਾ ਅਗਲਾ ਸਵਾਲ ਇਹ ਹੈ ਕਿ ਜਰਨਲੀ ਕਾਉਂਸਲਰਸ ਇਲੈਕਸ਼ਨ ਜਿੱਤਣ ਤੋਂ ਬਾਅਦ ਵਾਰਡ ਦੇ ਪ੍ਰਤੀ ਉਹਨਾਂ ਦਾ ਧਿਆਨ ਘਟ ਜਾਂਦਾ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਮੇਰੇ ਕੋਲ 5 ਸਾਲ ਪਏ ਨੇ, ਮੈਂ ਕਿਸੇ ਵੇਲੇ ਵੀ ਦੁਬਾਰਾ ਆ ਕੇ ਲੋਕਾਂ ਨੂੰ ਮਨਾ ਲਊਂਗਾ, ਪੁਚਕਾਰ ਲਊਂਗਾ, ਲੋਕਾਂ ਨੂੰ ਆਪਣੇ ਵੱਲ ਕਰ ਲਊਂਗਾ। ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਇਹੋ ਜਿਹੇ ਕਾਉਂਸਲਰਸ ਨੂੰ ਕਿ ਇਹੋ ਜਿਹਾ ਕੰਮ ਨਾ ਕਰਨ? ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ। ਔਰ ਦੇਖਣ ਦੇ ਵਿੱਚ ਇਹ ਵੀ ਆ ਰਿਹਾ ਹੈਗਾ ਕਿ ਜਿਹੜਾ ਕਿ ਕਾਉਂਸਲਰ ਬਣਨ ਤੋਂ ਬਾਅਦ ਉਹ ਧਿਆਨ ਨਹੀਂ ਦਿੰਦੇ। ਰੋਡਾਂ ਉੱਦਾਂ ਹੀ ਸਾਡੀਆਂ ਕੱਚੀਆਂ ਨੇ, ਉੱਦਾਂ ਹੀ ਪਾਣੀ ਖੜੇ ਹੁੰਦੇ ਨੇ, ਪਾਣੀ ਦਾ ਨਿਕਾਸੀ ਦਾ ਸਾਧਨ ਕੋਈ ਨਹੀਂ ਹੈਗਾ ਹੈ। ਇਹ ਚੀਜ਼ਾਂ ਦੀ ਪ੍ਰੋਬਲਮ ਜਿਹੜੀ ਹੈਗੀ ਆ ਜਨਤਾ ਦੀ ਨੂੰ ਆਮ ਆਉਂਦੀ ਹੈਗੀ ਹੈ। ਔਰ ਗਲੀਆਂ ਮੁਹੱਲੇ ਜਿੰਨੇ ਵੀ ਹੈਗੇ ਨੇ ਤਕਰੀਬਨ ਉਹ ਕੱਚੇ ਹੈਗੇ ਨੇ ਔਰ ਉਹ ਪੱਕੇ ਨਹੀਂ ਹੈ। ਜੇ ਪੱਕੇ ਹੋਣਗੇ ਵੀ ਤਾਂ ਉਹਨਾਂ ਦੀ ਪਾਣੀ ਦੀ ਨਿਕਾਸੀ ਨਹੀਂ ਹੈਗੀ। ਬਹੁਤ ਵਧੀਆ ਦੱਸਿਆ ਗੁਪਤਾ ਜੀ ਨੇ ਕਿ ਕਾਉਂਸਲਰ ਨੂੰ ਪੂਰੇ ਟਾਈਮ ਆਪਣੇ ਵਾਰਡ ਦੇ ਵਿਕਾਸ ਵੱਲ ਧਿਆਨ ਦੇਣਾ ਚਾਹੀਦਾ ਹੈ, ਇਹੋ ਜਿਹਾ ਰੁਖ ਨਹੀਂ ਅਪਣਾਉਣਾ ਚਾਹੀਦਾ। ਗੁਪਤਾ ਜੀ, ਇਹਦੇ ਵਿੱਚੋਂ ਇੱਕ ਹੋਰ ਸਵਾਲ ਨਿਕਲ ਕੇ ਆਉਂਦਾ ਹੈ ਕਿ ਜਿਵੇਂ ਅਵੇਅਰਨੈਸ ਵੱਧ ਰਹੀ ਹੈ, ਐਜੂਕੇਸ਼ਨ ਵੱਧ ਰਹੀ ਹੈ, ਕਿਆ ਜਿਹੜੇ ਸਾਡੇ ਕਾਉਂਸਲਰਸ ਹੈ ਇਹਨਾਂ ਨੂੰ ਵੀ ਜ਼ਿਆਦਾ ਐਜੂਕੇਟ ਕੀਤਾ ਜਾਵੇ, ਟੈਕਨੀਕਲੀ ਇਹਨਾਂ ਨੂੰ ਜ਼ਿਆਦਾ ਦੱਸਿਆ ਜਾਵੇ ਕਿ ਵਾਰਡ ਦੀਆਂ ਜਿਹੜੀਆਂ ਸੀਵਰੇਜ ਰਿਲੇਟਡ ਸਮੱਸਿਆਵਾਂ ਹੈਗੀਆਂ ਉਹਦਾ ਕੀ ਹੱਲ ਕੱਢਿਆ ਜਾਵੇ? ਉਹਦਾ ਇਹੀ ਚੀਜ਼ ਹੈ ਜੀ, ਇਹ ਕਮਿਸ਼ਨਾਂ ਜਿਹੜੀਆਂ ਖਾਂਦੇ ਨੇ ਜ਼ਿਆਦਾ ਮਿਊਨਿਸਪੈਲਿਟੀ ਤੋਂ ਜਾਂ ਹੋਰ ਜਿੰਨੇ ਵੀ ਆਪਣਾ ਲੀਡਰ ਬਣ ਕੇ ਕਮਿਸ਼ਨਾਂ ਖਾਂਦੇ ਨੇ, ਉਹਦੇ ਨਾਲ ਜਿਹੜਾ ਵੀ ਆਰਕੀਟੈਕਟਰ ਹੈ ਜਾਂ ਬਣਾਉਣ ਵਾਲੇ ਹੈਗੇ ਨੇ ਉਹ ਜਿਹੜੇ ਹੈਗੇ ਸਹੀ ਮਟੀਰੀਅਲ ਨਹੀਂ ਪਾ ਸਕਦੇ। ਔਰ ਨਾ ਸਹੀ ਮਟੀਰੀਅਲ ਪਾਉਣ ਦੇ ਕਾਰਨ ਹੀ ਇਹ ਜਿਹੜੀਆਂ ਸੜਕਾਂ ਸਾਨੂੰ ਟੁੱਟੀਆਂ ਹੀ ਮਿਲਦੀਆਂ ਔਰ ਜਨਤਾ ਨੂੰ ਉਹਦਾ ਨੁਕਸਾਨ ਹੁੰਦਾ, ਉਹ ਆਪਣਾ ਘਰ ਭਰਦੇ ਨੇ। ਦੇਖੋ, ਸਵਾਲਾਂ ਦੇ ਵਿੱਚੋਂ ਸਵਾਲ ਬਹੁਤ ਵਧੀਆ ਨਿਕਲਦਾ ਹੈ ਕਿ ਮਟੀਰੀਅਲ ਢੰਗ ਨਾਲ ਇਸਤੇਮਾਲ ਨਹੀਂ ਹੁੰਦੇ, ਮਿਲੀ ਭਗਤ ਦੇ ਨਾਲ ਸੜਕਾਂ ਦਾ ਸੀਵਰੇਜ ਦਾ ਬੁਰਾ ਹਾਲ ਰਹਿੰਦਾ ਹੈ। ਗੁਪਤਾ ਜੀ, ਮੇਰਾ ਇੱਕ ਸਵਾਲ ਹੋਰ ਹੈ, ਬਹੁਤ ਵਧੀਆ ਸਵਾਲ ਤੁਹਾਡੇ ਜਵਾਬ ਦੇ ਵਿੱਚੋਂ ਨਿਕਲ ਕੇ ਆਇਆ ਹੈ ਕਿ ਕਿਆ ਵਾਰਡ ਦੇ ਵਿੱਚ ਜਿੰਨਾ ਪੈਸਾ ਆਇਆ ਹੈ ਉਹਦਾ ਅਮਾਊਂਟ ਜਾਣਨ ਲਈ ਕੋਈ ਕੰਪਿਊਟਰਾਈਜੇਸ਼ਨ ਪ੍ਰੋਗਰਾਮ ਚਲਾਇਆ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਸਾਡੇ ਵਾਰਡ 'ਚ 20 ਲੱਖ ਆਇਆ ਹੈ, ਆਹ ਕੰਮ ਨੇ, ਔਰ ਹਰ ਕੰਮ ਦਾ ਜਿਹੜਾ ਠੇਕੇਦਾਰ ਦਾ ਨਾਮ ਉਜਾਗਰ ਕੀਤਾ ਜਾਵੇ ਔਰ ਅਮਾਊਂਟ ਉਜਾਗਰ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਕਿੰਨਾ ਪੈਸਾ ਲੱਗਾ ਹੈ ਇਸ ਕੰਮ ਦੇ ਉੱਤੇ। ਨਹੀਂ, ਉਹ ਚੀਜ਼ ਦਾ ਤਾਂ ਉਜਾਗਰ ਹੁੰਦਾ ਹੈ ਭਾਈ, ਸਹੀ ਉਹਦਾ ਪਰਸੈਂਟੇਜ ਉਹਦੀ ਉੱਥੇ ਇਸਤੇਮਾਲ ਨਹੀਂ ਕੀਤੀ ਜਾਂਦੀ। ਗੁਪਤਾ ਜੀ, ਇਸ ਪਾਰਦਰਸ਼ਤਾ ਨੂੰ ਵਧਾਉਣ ਦੇ ਲਈ ਕਿਆ ਇੰਟਰਨੈਟ ਦੇ ਉੱਤੇ ਇਹੋ ਜਿਹੀਆਂ ਇਨਫੋਰਮੇਸ਼ਨਾਂ ਲੋਡ ਕੀਤੀਆਂ ਜਾਣ ਤਾਂ ਕਿ ਵਾਰਡ ਦਾ ਹਰ ਬੰਦਾ ਇਸ ਚੀਜ਼ ਨੂੰ ਚੈੱਕ ਕਰ ਸਕੇ? ਹਰ ਬੰਦਾ ਜਾਣਕਾਰੀ ਟੀਵੀ ਦੇ ਥਰੂ ਲੈ ਸਕਦਾ ਹੈ ਔਰ ਜੇ ਉਹਦੇ ਵਿੱਚ ਚੈਨਲ ਦੇ ਥਰੂ ਆਪਣਾ ਪ੍ਰਕਾਸ਼ਿਤ ਕੀਤੀਆਂ ਜਾਣ ਤਾਂ ਲੋਕਾਂ ਨੂੰ ਉਹਦੀ ਜਾਣਕਾਰੀ ਮਿਲਦੀ ਹੈ। ਸਮਾਂ ਬਦਲ ਗਿਆ ਹੈ, ਲੋਕ YouTube Facebook ਬਹੁਤ ਬਖੂਬੀ ਢੰਗ ਨਾਲ ਚਲਾ ਰਹੇ ਨੇ, ਇਸ ਕਰਕੇ ਲੋਕਾਂ ਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਵਾਰਡ 'ਚ ਕਿੰਨਾ ਪੈਸਾ ਆਇਆ ਔਰ ਵਾਰਡ 'ਚ ਕਿੰਨਾ ਪੈਸਾ ਲੱਗਾ। ਮੇਰਾ ਅੰਤਿਮ ਸਵਾਲ ਗੁਪਤਾ ਜੀ ਤੁਹਾਡੇ ਤੋਂ ਇਹ ਹੈ ਕਿ ਕਿਆ ਜਿਹੜੇ ਰਿਟਾਇਰਡ ਸਾਡੇ ਬਜ਼ੁਰਗ ਨੇ ਔਰ ਯੰਗ ਯੂਥ ਬੱਚੇ ਨੇ
ਉਹਨਾਂ ਨੂੰ ਪੜ੍ਹਾਈ ਦੇ ਵੱਲ ਜ਼ਿਆਦਾ ਪ੍ਰੇਰਿਤ ਕਰਨ ਲਈ ਕੋਈ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ ਜਾਵੇ ਵਾਰਡ ਵਾਈਜ਼, ਤਾਂ ਕਿ ਬਜ਼ੁਰਗਾਂ ਦਾ ਟਾਈਮ ਵੀ ਅੱਛਾ ਨਿਕਲੇ ਔਰ ਬੱਚੇ ਵੀ ਉਸ ਲਾਇਬ੍ਰੇਰੀ ਦਾ ਪੂਰਾ ਲਾਭ ਚੱਕ ਸਕਣ। ਹਾਂ, ਇਹ ਬਹੁਤ ਅੱਛੀ ਹੈ। ਇਸ ਦੇ ਲਈ ਮੈਂ ਵੀ ਆਪਣੇ ਬਜ਼ੁਰਗੀ ਨਾਤੇ ਅੱਗੇ ਹੋਣ ਨੂੰ ਤਿਆਰ ਹਾਂ ਕਿ ਲਾਇਬ੍ਰੇਰੀ ਜਾਂ ਕਿ ਹੋਰ ਕੋਈ ਡਿਵੈਲਪਮੈਂਟ ਕਰਨ ਵਾਸਤੇ ਜਾਂ ਇਸ ਏਰੀਏ ਦੇ ਵਿੱਚ ਕੋਈ ਵੀ ਹਸਪੀਟਲ ਵਗੈਰਾ ਜਾਂ ਡਾਕਟਰ ਦੀ ਸੁਵਿਧਾ ਵਗੈਰਾ ਵੀ ਨਹੀਂ ਹੈ, ਜਿਹੜੀ ਕਿ ਲੋਕਾਂ ਨੂੰ ਸਹੂਲੀਅਤ ਨਹੀਂ ਮਿਲ ਸਕਦੀ। ਉਹ ਚਾਹੇ ਸਰਕਾਰ ਵੱਲੋਂ ਹੋਵੇ ਚਾਹੇ ਜਨਤਾ ਵੱਲੋਂ ਹੋਵੇ, ਉਹ ਹੋਣੀ ਚਾਹੀਦੀ ਹੈ। ਦੋਸਤੋ, ਇਹ ਸੀ ਸਾਡੇ ਵਿੱਚ ਸ਼੍ਰੀ ਵਾਸੂਦੇਵ ਗੁਪਤਾ ਜੀ, ਜਿਨ੍ਹਾਂ ਨੇ ਬਹੁਤ ਹੀ ਵਧੀਆ ਵਿਚਾਰ ਦਿੱਤੇ। ਮੈਂ ਇਹਨਾਂ ਦਾ KBC ਦੀ ਟੀਮ ਵੱਲੋਂ ਔਰ KBC ਪ੍ਰੋਗਰਾਮ ਵੱਲੋਂ ਬਹੁਤ ਧੰਨਵਾਦ ਕਰਦਾ ਹਾਂ। ਥੈਂਕ ਯੂ ਵੈਰੀ ਮਚ ਵਾਸੂਦੇਵ ਗੁਪਤਾ ਜੀ। ਥੈਂਕਸ। ਮੇਰੇ ਸਾਹਮਣੇ ਨੇ ਸ਼੍ਰੀ ਸੁਰਜੀਤ ਸਿੰਘ ਜੀ। ਸੁਰਜੀਤ ਸਿੰਘ ਜੀ, ਬਹੁਤ ਤੁਹਾਡਾ ਧੰਨਵਾਦ KBC ਦੇ ਉੱਤੇ ਆਉਣ ਦੇ ਲਈ। ਹਾਂਜੀ, ਸਾਨੂੰ ਕਾਉਂਸਲਰ ਉਹ ਚਾਹੀਦਾ ਜੀ ਜਿਹੜਾ ਕਿ ਪੜ੍ਹਿਆ ਲਿਖਿਆ ਵੀ ਹੋਵੇ, ਹਰ ਗੱਲ ਨੂੰ ਸਮਝਦਾ ਹੋਵੇ, ਤਰੱਕੀ ਕਰਾਵੇ ਸਾਡੇ ਇਲਾਕੇ ਦੀ। ਇਹਨਾਂ ਨੇ ਦੱਸਿਆ ਕਿ ਕਾਉਂਸਲਰ ਸਾਨੂੰ ਉਹ ਚਾਹੀਦਾ ਹੈ ਜਿਹੜਾ ਪੜ੍ਹਿਆ ਲਿਖਿਆ ਹੋਵੇ, ਵਾਰਡ ਦੀ ਤਰੱਕੀ ਕਰਾਵੇ ਔਰ ਹਰ ਬੰਦੇ ਦਾ ਧਿਆਨ ਰੱਖੇ। ਸੁਰਜੀਤ ਜੀ, ਮੇਰਾ ਅਗਲਾ ਸਵਾਲ ਇਹ ਹੈ ਕਿ ਜਿੱਤਣ ਤੋਂ ਬਾਅਦ ਕਾਉਂਸਲਰ ਵਾਰਡ ਦੇ ਲਈ ਘੱਟ ਚਿੰਤਿਤ ਹੁੰਦੇ ਨੇ, ਆਪਣੇ ਰਾਜਨੀਤਿਕ ਸਫ਼ਰ ਨੂੰ ਲੈ ਕੇ ਜ਼ਿਆਦਾ ਚਿੰਤਾ ਹੁੰਦੀ ਹੈ। ਕੀ ਤੁਸੀਂ ਸੁੰਦਰ ਜਿਹਾ ਸੁਨੇਹਾ ਦੇਣਾ ਚਾਹੋਗੇ ਇਹੋ ਜਿਹੇ ਕਾਉਂਸਲਰ ਨੂੰ? ਫਿਰ ਸਾਨੂੰ ਤਾਂ ਮਤਲਬ ਦਾ ਇੱਥੇ ਆਪਣੇ ਵਾਰਡ ਦੀ ਤਰੱਕੀ ਵਾਸਤੇ ਚਾਹੀਦਾ, ਜਾਂ ਨਾ ਕਿ ਸਾਨੂੰ ਰਾਜਨੀਤਿਕ ਵਾਸਤੇ ਚਾਹੀਦਾ। ਕੀ ਸੁਨੇਹਾ ਦੇਣਾ ਚਾਹੋਗੇ? ਸੁਨੇਹਾ ਇਹ ਅਸੀਂ ਦੇਵਾਂਗੇ ਵੀ ਸਾਡੀ ਤਰੱਕੀ ਇੱਥੇ ਕਰਾਵੇ ਵਾਰਡ ਦੀ, ਬਸ। ਬਹੁਤ ਵਧੀਆ ਸੁਨੇਹਾ ਦਿੱਤਾ ਸੁਰਜੀਤ ਜੀ। ਅਸੀਂ ਜਨਰਲੀ ਇਹ ਦੇਖਿਆ ਹੈ ਕਿ ਲੋਕਤੰਤਰ ਦੀ ਪਹਿਲੀ ਪੌੜੀ ਹੈ ਕਾਉਂਸਲਰ ਦਾ ਚੁਣਾਵ, ਤੇ ਜੇ ਕਾਉਂਸਲਰ ਪਹਿਲੀ ਪੌੜੀ ਦੇ ਉੱਤੇ ਸਹੀ ਢੰਗ ਨਾਲ ਪੈਰ ਰੱਖੇ, ਲੋਕਾਂ ਦਾ ਧਿਆਨ ਰੱਖੇ, ਲੋਕ ਉਹਨੂੰ ਅੱਗੇ ਤੋਂ ਅੱਗੇ ਵੱਧ ਚੜ੍ਹ ਕੇ ਉਹਨੂੰ ਅੱਗੇ ਪ੍ਰੋਤਸਾਹਿਤ ਕਰਦੇ ਰਹਿਣਗੇ। ਮੇਰਾ ਸੁਰਜੀਤ ਜੀ ਅਗਲਾ ਸਵਾਲ ਇਹ ਹੈ ਕਿ ਕਈ ਵਾਰਡ ਆਰਥਿਕ ਤੌਰ ਤੇ ਕਮਜ਼ੋਰ ਨੇ ਔਰ ਕੁਝ ਵਾਰਡ ਆਰਥਿਕ ਤੌਰ ਤੇ ਬਹੁਤ ਮਜ਼ਬੂਤ ਨੇ। ਜਿਹੜੇ ਕਮਜ਼ੋਰ ਵਾਰਡ ਹੈ ਉਹਨਾਂ ਨੂੰ ਇੱਕੋ ਜਿਹੀ ਡਿਵੈਲਪਮੈਂਟ ਦੇ ਪੈਟਰਨ ਤੇ ਲਿਆਉਣ ਦੇ ਲਈ ਕਾਰਪੋਰੇਸ਼ਨ ਇਹੋ ਜਿਹੇ ਵਾਰਡਾਂ ਨੂੰ ਕਿਆ ਆਰਥਿਕ ਮਦਦ ਦੇਵੇ? ਹਾਂ, ਜ਼ਰੂਰ। ਇੱਕੋ ਜਿਹਾ ਜਦ ਪੈਸਾ ਦੇਣਾ ਸਾਰੇ ਵਾਰਡਾਂ ਨੂੰ ਇੱਕੋ ਜਿਹਾ ਦਿੱਤਾ ਜਾਵੇ, ਤਰੱਕੀ ਸਾਰੇ ਵਾਰਡਾਂ ਦੀ ਇੱਕੋ ਜਿਹੀ ਹੋਵੇ, ਫਾਇਦਾ ਫਿਰ ਇਹੀ ਹੈ। ਕੁਝ ਵਾਰਡਾਂ 'ਚ ਲੋਕ ਨਿੱਜੀ ਖਰਚੇ ਦੇ ਨਾਲ ਵਾਰਡ ਦੀ ਜਿਹੜੀ ਰੂਪ ਰੇਖਾ ਹੈ ਉਹਨੂੰ ਬਦਲ ਦਿੰਦੇ ਹੈ। ਮੇਰਾ ਸਵਾਲ ਇਸੇ ਰਿਲੇਟਡ ਸੀ ਕਿ ਕਮਜ਼ੋਰ ਵਾਰਡਾਂ ਨੂੰ ਜ਼ਿਆਦਾ ਮਦਦ ਦਿੱਤੀ ਜਾਵੇ। ਜਿਹੜੇ ਨਹੀਂ ਉੱਥੇ ਹੋ ਸਕਦਾ, ਬੰਦੇ ਨਿੱਜੀ ਤੌਰ 'ਤੇ ਨਹੀਂ ਉਹਨਾਂ ਦੀ ਹੈਲਪ ਕਰ ਸਕਦੇ, ਗਰੀਬ ਆ ਉੱਥੇ ਰਹਿੰਦੇ ਹੋਣਗੇ, ਉਹਨਾਂ ਨੂੰ ਗੌਰਮੈਂਟ ਦੇਵੇ, ਉਹਨਾਂ ਨੂੰ ਜਿਹੜਾ ਸਾਡਾ ਨਿਗਮ ਆ ਉਹ ਤਰੱਕੀ ਕਰਾਵੇ ਉੱਥੇ ਦੀ। ਜੇ ਕੋਈ ਕਮੀ ਪੇਸ਼ੀ ਆ ਨਿਗਮ ਦੇਵੇ। ਹੋ ਸਕਦਾ ਉਹਨਾਂ ਕੋਲ ਪੈਸੇ ਨਹੀਂ, ਨਿੱਜੀ ਨਹੀਂ ਕਰ ਸਕਦੇ, ਉਹਨਾਂ ਦੇ ਬੰਦੇ ਵਿੱਚ ਜਿਹੜੇ ਹੈਗੇ ਆ ਉਹ ਨਹੀਂ ਪੇਮੈਂਟ ਦੇ ਸਕਦੇ, ਪੈਸਾ ਨਹੀਂ ਉਹਨਾਂ ਕੋਲ। ਇਸ ਕਰਕੇ ਪਬਲਿਕ ਆਪਣੀ ਨੂੰ ਚਾਹੀਦਾ, ਆਪਣੀ ਨਗਰ ਨਿਗਮ ਨੂੰ ਚਾਹੀਦਾ ਵੀ ਸਾਡੀ ਤਰੱਕੀ ਉੱਥੇ ਪੈਸਾ ਵਰਤਣ ਜ਼ਿਆਦਾ। ਬਹੁਤ ਵਧੀਆ ਦੱਸਿਆ ਕਿ ਵਾਰਡ ਨੂੰ ਬਰਾਬਰ ਪੈਸਾ ਦਿੱਤਾ ਜਾਵੇ ਜਿਹੜੇ ਆਰਥਿਕ ਰੂਪ ਤੋਂ ਕਮਜ਼ੋਰ ਨੇ। ਮੇਰਾ ਤੁਹਾਡੇ ਕੋਲ ਅੰਤਿਮ ਸਵਾਲ ਇਹ ਹੈ ਕਿ ਕਿਆ 6 ਮਹੀਨੇ ਔਰ ਸਾਲ ਬਾਅਦ ਕਾਉਂਸਲਰ ਦੀ ਕਾਰਗੁਜ਼ਾਰੀ ਨੂੰ ਚੈੱਕ ਕਰਨ ਦੇ ਲਈ ਕੋਈ ਪਬਲਿਕ ਪ੍ਰੋਗਰਾਮ ਕੀਤਾ ਜਾਵੇ ਤਾਂ ਕਿ ਲੋਕ ਵਾਰਡ ਦੇ ਰੂਬਰੂ ਹੋ ਸਕਣ ਆਮਣੇ ਸਾਹਮਣੇ ਕਿ ਆਹ ਮੇਰਾ ਕੰਮ ਪੈਂਡਿੰਗ ਹੈ, ਆਹ ਹੋਣ ਵਾਲਾ ਹੈ, ਆਹ ਹੋ ਗਿਆ ਹੈ? ਇਹ 6 ਮਹੀਨੇ ਤੋਂ ਬਹੁਤ ਜ਼ਿਆਦਾ ਤੁਸੀਂ ਦੱਸ ਦਿੱਤੇ। ਇਹ ਚਾਹੀਦਾ ਵੈਸੇ 2 ਮਹੀਨੇ ਦੇ ਬਾਅਦ ਆ ਕੇ ਉਹ ਪੁੱਛਿਆ ਜਾਵੇ ਵੀ ਮੇਰੇ ਕੋਈ ਕਮੀ ਪੇਸ਼ੀ ਹੈ ਮੈਨੂੰ ਦੱਸੋ, ਜਿਸ 'ਚ ਕੋਈ ਕਮੀ ਪੇਸ਼ੀ ਉਹਨੂੰ ਸੁਧਾਰ ਕਰਾਵੇ MC ਆਪਣੇ ਆਪ 'ਚ ਕਰਕੇ ਦੇਵੇ ਵੀ ਮੈਂ ਆਹ ਕੰਮ ਸਹੀ ਕਰਾ ਕੇ ਦਊਂਗੀ। ਅਗਲੇ 2 ਮਹੀਨੇ ਬਾਅਦ ਫਿਰ ਮੁੜ ਕੇ ਉਹਦੇ ਨਾਲ ਦੁਬਾਰਾ ਡਿਸਕਸ ਕੀਤੀ ਜਾਵੇ, ਉਹ ਆਪਣੇ ਆਪ ਹੀ ਆਟੋਮੈਟਿਕਲੀ ਸਹੀ ਕਰੇਗੀ। ਬਹੁਤ ਵਧੀਆ ਦੱਸਿਆ ਕਿ ਕਾਉਂਸਲਰ ਨੂੰ ਲਗਾਤਾਰ ਵਾਰਤਾਲਾਪ ਕਰਨੀ ਚਾਹੀਦੀ ਹੈ ਵਾਰਡ ਦੇ ਵਿੱਚ। 2 ਮਹੀਨੇ ਬਾਅਦ, 3 ਮਹੀਨੇ ਬਾਅਦ ਉਹਨੂੰ ਹਰ ਜਨਤਾ ਨੂੰ ਸੁਣਨਾ ਚਾਹੀਦਾ ਹੈ, ਕਿਉਂਕਿ ਜਿੰਨਾ ਕਾਉਂਸਲਰ ਵਾਰਡ ਦੇ ਵਿੱਚ ਇਨਵੋਲਵ ਹੋਏਗਾ ਉਨਾ ਹੀ ਉਹਦਾ ਜਿਹੜਾ ਭਵਿੱਖ ਹੈਗਾ ਬਹੁਤ ਅੱਛਾ ਹੋਵੇਗਾ। ਬਹੁਤ ਅੱਛੇ ਵਿਚਾਰ ਦਿੱਤੇ ਸੁਰਜੀਤ ਜੀ ਨੇ KBC ਦੇ ਲਈ। ਮੈਂ ਸੁਰਜੀਤ ਜੀ ਦਾ ਬਹੁਤ ਧੰਨਵਾਦੀ ਹਾਂ KBC ਦੀ ਟੀਮ ਵੱਲੋਂ ਔਰ KBC ਦੇ ਦਰਸ਼ਕਾਂ ਵੱਲੋਂ। ਸੁਰਜੀਤ ਜੀ, ਤੁਹਾਡਾ ਬਹੁਤ ਨਿੱਘਾ ਸਵਾਗਤ ਤੇ ਧੰਨਵਾਦ। ਠੀਕ ਹੈ, ਸ਼ੁਕਰੀਆ।